इंडियन मीडिया ने जो दिखाया इररिस्पैक्टिव ऑफ दैट मैं क्लैरिटी चाहना कि पिछले दिनों च दुबई दे एक्चुअल वॉर हालात की बने ने जो बाहर नजर आता वो नहीं है इट इज़ ऑल बीन क्रिएटेड बाय द मीडिया वॉर साडी नहीं है वॉर दुबई दी नहीं है वॉर यूएई दी नहीं है यूएई हैज़ बीन पोजिशनड इन दिस जो कि एक अनफॉर्चुनेट है एंड वी आर इन कंट्रोल बहुत सारिया तस्वीर आईयां बहुत सारे इंडियन चैनल्स ने दिखाया कि बुर्ज खलीफा के उत्ते कोई मिसाइल गिर गई कि बहुत सारिया मिसाइल्स या बहुत सारे ड्रोन आके गिरे आ दुबई AI is definitely playing a big role on this one कोई मिसाइल बुर्ज खलीफा ते नहीं डिग्या कोई मिसाइल किसी ਇਹੋ ਜਿਹੇ ਸਿਵਿਲਿयन ਏਰੀਆ ਦੇ ਅੰਦਰ ਨਹੀਂ ਡਿੱਗਿਆ ਮਿਸਾਈਲਸ ਐਂਡ ਡਰੋਨਸ ਉਹਨਾਂ ਨੂੰ ਇੰਟਰਸੈਪਟ ਬਹੁਤ ਚੰਗੇ ਤਰੀਕੇ ਨਾਲ ਬਿਕਾਜ਼ ਵੀ ਹੈਵ ਗॉट द बेस्ट ਸਿਸਟਮਸ ਓਵਰ ਹੇਅਰ ਤੇ ਅੱਜ ਤੱਕ 2000 ਤੋਂ ਜ਼ਿਆਦਾ ਡਰੋਨਸ ਇੱਥੇ ਆਏ ਨੇ ਤਕਰੀਬਨ 100 plus missiles have been shot but all have been taken in control ਹਰਮੀਤ ਜੀ ਨਾਰਮਲ ਲਾਈਫ ਹੈ ਉੱਥੇ ਬਿਲਕੁਲ ਨਾਰਮਲ ਲਾਈਫ ਹੈ ਵੀ ਨਾਟ ਵਰਕਿੰਗ ਫਰਮ ਹੋਮ ਵੀ ਆਰ ਵਰਕਿੰਗ ਇਨ ਦੀ ਆਫਿਸ ਮੈਨੂੰ ਨਹੀਂ ਲੱਗਦਾ ਕਿ ਇੱਥੇ ਕੋਈ ਵੀ ਰੈਜ਼ੀਡੈਂਟ ਜਿਹੜਾ ਇਸ ਸਮੇਂ ਕੋਈ ਆਪਣਾ ਬਿਜ਼ਨਸ ਬੰਦ ਕਰ ਰਿਹਾ ਹੈ ਜਾਂ ਵਾਪਸ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਕੋਈ ਇਹੋ ਜਿਹੀ ਐਸਕੇਲੇਸ਼ਨ ਹਾਲੇ ਤੱਕ ਨਹੀਂ ਹੋਈ ਇੱਥੇ ਪਰ ਇਹਦਾ ਰੀਅਲ ਏਸਟੇਟ ਇੰਡਸਟਰੀ ਤੇ ਸਪੈਸੀਫਿਕਲੀ ਪੁੱਛਣਾ ਚਾਹਣਾ ਕੀ ਅਸਰ ਹੋਊਗਾ ਕਿਉਂਕਿ ਪਿਛਲੇ ਸਾਲਾਂ ਦੌਰਾਨ ਸਭ ਤੋਂ ਵੱਧ ਇਨਵੈਸਟਮੈਂਟਸ ਜੇ ਪੰਜਾਬੀਆਂ ਨੇ ਜਾਂ ਇੱਥੋਂ ਇੰਡੀਆ ਚੋਂ ਕੀਤੀ ਤਾਂ ਦੁਬਈ 'ਚ ਜਾ ਕੇ ਲੋਕਾਂ ਨੇ ਕੀਤੀ ਹੈ ਬਹੁਤ ਸਾਰੇ ਲੋਕਾਂ ਨੇ ਆਪਦੀ ਹਾਰਡ ਅਰਨ ਮਨੀ ਲਗਾਈ ਹੋਈ ਹੈ ਕਿ ਬਹੁਤ ਵੱਡਾ ਡਾਊਨਫਾਲ ਆਉਣ ਵਾਲਾ ਹੈ हाथ बन के सिर्फ यही है कि अगर कोई प्रॉब्लम किसी तरीके की अगर कोई किसी को कोई चीज़ अगर समझ नहीं आती लीगल एनी सपोर्ट फ्रॉम आवर परस्पैक्टिव फ्रॉम ग्लोबल सीक्स ਅਸੀਂ ਇੱਥੇ ਅਵੇਲੇਬਲ ਹੈਗੇ ਸਾਡੇ ਵੋਲੰਟੀਅਰਸ ਅਵੇਲੇਬਲ ਨੇ ਸਾਡਾ ਕੰਮ ਸੇਵਾ ਦਾ ਜਿਹੜਾ ਹੈ ਉਹ ਇੱਥੇ ਨਹੀਂ ਰੁਕਿਆ ਸਿੱਖਾਂ ਦਾ ਕੰਮ ਸੇਵਾ ਦਾ ਤੇ ਇੱਕ ਦਸਤਾਰ ਦੇ ਉੱਤੇ ਅਸੀਂ ਜਦੋਂ ਵੀ ਦੇਖਦੇ ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਕਰੀਏ ਜੋ ਦੁਨੀਆ ਵਾਸਤੇ ਇੱਕ ਐਗਜ਼ਾਮਪਲ ਹੋਏ ਪਿਛਲੇ ਇੱਕ ਦਹਾਕੇ ਦੌਰਾਨ ਦੁਨੀਆ ਦੀ ਸਭ ਤੋਂ ਸੇਫੈਸਟ ਪਲੇਸ ਦੁਬਈ ਨੂੰ ਮੰਨਿਆ ਗਿਆ ਕਿਹਾ ਜਾਂਦਾ ਸੀ ਕਿ ਦੁਬਈ ਚੈਲੰਜ ਕਰਦਾ ਹੈ ਕਿ ਇੱਥੇ ਕੋਈ ਕ੍ਰਾਈਮ ਕਰਕੇ ਦਿਖਾਵੇ ਅਸੀਂ ਛੱਡਦੇ ਨਹੀਂ ਲੋਕ ਹੌਲੀ-ਹੌਲੀ ਫਾਈਨੈਂਸ਼ੀਅਲ ਸਟੇਬਿਲਿਟੀ ਲਈ ਵੀ ਦੁਬਈ ਵੱਲ ਮੂਵ ਹੋਣਾ ਸ਼ੁਰੂ ਹੋਏ ਬਿਜ਼ਨੈਸਸ ਜਿੰਨੇ ਵੱਡੇ ਹਾਊਸਸ ਸੀ ਉਹਨਾਂ ਨੇ ਆਪਣਾ ਘਰ ਦੁਬਈ ਬਣਾਇਆ ਮਿਊਜ਼ਿਕ ਇੰਡਸਟਰੀ ਤੋਂ ਲੈ ਕੇ ਰੀਅਲ ਏਸਟੇਟ ਤੱਕ ਦੁਬਈ ਵਨ ਸਟਾਪ ਡੈਸਟੀਨੇਸ਼ਨ ਬਣਿਆ ਔਰ ਹੌਲੀ-ਹੌਲੀ ਸਿਰਫ ਭਾਰਤ ਨਹੀਂ ਗਲੋਬਲ ਇੰਡਸਟਰੀ ਦੁਬਈ 'ਚ ਆ ਕੇ ਰਹਿਣ ਲੱਗੀ ਨਾਮੀ ਫੁੱਟਬਾਲਰਸ ਮਿਊਜ਼ੀਸ਼ੀਅਨਸ ਐਕਟਰਸ ਤੇ ਦੁਨੀਆ ਦੇ ਬਿਜ਼ਨਸ ਜਾਇੰਟਸ ਦਾ ਘਰ ਬਣ ਗਿਆ ਦੁਬਈ ਪਰ ਹੁਣ ਹਾਲਾਤ ਇੱਕਦਮ ਬਦਲੇ ਈਰਾਨ ਇਜ਼ਰਾਈਲ ਵਾਰ ਦੇ ਵਿੱਚ ਜੋ ਹਾਲਾਤ ਬਣੇ ਉਹਦੇ ਤੇ ਦੁਬਈ ਦੇ ਉੱਤੇ ਬੜਾ ਵੱਡਾ ਕੁਐਸਚਨ ਮਾਰਕ ਖੜਾ ਹੋਇਆ ਔਰ ਉਹ तमाम ਲੋਕ ਜਿਹੜੇ ਦੁਬਈ ਨੂੰ ਪ੍ਰੈਜ਼ੈਂਟ ਕਰਦੇ ਆਏ ਕਿ ਸੇਫੈਸਟ ਪਲੇਸ ਇਨ ਦਾ ਵਰਲਡ ਹੈ ਚਾਹੇ ਉਹ ਬਿਜ਼ਨਸ ਦੀ ਗੱਲ ਹੋਵੇ ਚਾਹੇ ਫਿਜ਼ੀਕਲ ਪਲੇਸ ਹੋਵੇ ਉਹਨਾਂ ਦੇ ਉੱਤੇ ਬਹੁਤ ਵੱਡੇ ਸਵਾਲੀਆ ਨਿਸ਼ਾਨ ਖੜੇ ਹੋਏ ਤਾਂ ਦੁਬਈ ਦੀ ਪਿਛਲੇ ਦਿਨਾਂ 'ਚ ਹਾਲਾਤ ਕੀ ਰਹੇ ਗਰਾਊਂਡ ਦੀ ਰਿਪੋਰਟ ਕੀ ਹੈ ਔਰ ਭਾਰਤ ਨੂੰ ਕਿਵੇਂ ਇੰਪੈਕਟ ਕਰੂਗਾ ਖਾਸ ਤੌਰ 'ਤੇ ਰੀਅਲ ਏਸਟੇਟ ਔਰ ਬਿਜ਼ਨਸ ਫਟਰਨਿਟੀ ਜਿਹੜੀ ਹੈ ਪੰਜਾਬ ਤੋਂ ਖਾਸ ਤੌਰ 'ਤੇ ਜਿਹੜੀ ਦੁਬਈ ਗਈ ਉਹ ਇੰਨੇ ਡਰ ਦੇ ਮਾਹੌਲ 'ਚ ਕਿਉਂ ਹੈ ਇਸ ਬਾਰੇ ਗੱਲ ਕਰਾਂਗੇ ਦੁਬਈ ਦੇ ਵਿੱਚ ਸਭ ਤੋਂ ਰਿਨਾਊਂਡ ਪੰਜਾਬੀ ਸਭ ਤੋਂ ਮੰਨੇ ਪ੍ਰਮੰਨੇ ਸਿੱਖ ਚਿਹਰਿਆਂ ਦੇ ਵਿੱਚੋਂ ਇੱਕ ਨਾਮ ਡਾਕਟਰ ਹਰਮੀਤ ਸਿੰਘ ਹੋਣੇ ਜੋ ਦੁਬਈ ਦੇ ਵਿੱਚ ਬੈਠੇ ਆ ਅਸੀਂ ਪੰਜਾਬ 'ਚ ਬੈਠ ਕੇ ਉਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਹਰਮੀਤ ਜੀ ਸਤਿ ਸ਼੍ਰੀ ਅਕਾਲ SMTV ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਿਮਰਨਜੀਤ ਜੀ ਥੈਂਕ ਯੂ ਸੋ ਮਚ ਫॉर ਹੈਵਿੰਗ ਮੀ ਬਹੁਤ ਸ਼ੁਕਰੀਆ ਹਰਮੀਤ ਜੀ ਸਭ ਤੋਂ ਪਹਿਲਾਂ ਤਾਂ ਇੰਡੀਅਨ ਮੀਡੀਆ ਨੇ ਜੋ ਦਿਖਾਇਆ ਇਰਰਿਸਪੈਕਟਿਵ ਆਫ ਦੈਟ ਮੈਂ ਕਲੈਰਿਟੀ ਚਾਹੁੰਦਾ ਕਿ ਪਿਛਲੇ ਦਿਨਾਂ 'ਚ ਦੁਬਈ ਦੇ ਐਕਚੁਅਲ ਵਾਰ ਹਾਲਾਤ ਕੀ ਬਣੇ ਨੇ ਜ਼ਰੂਰੀ ਗੱਲ ਹੈ ਉੱਥੇ ਐਕਸਟਰਨਲ ਮੀਡੀਆ ਇਨਕਲੂਡਿੰਗ ਦੁਬਈ what they are showing right now ਕਿਸ ਤਰੀਕੇ ਨਾਲ ਉੱਥੇ ਇੱਕ ਮਾਹੌਲ ਬਣਿਆ ਹੋਇਆ ਹੈ it is completely the opposite over here so ਅਗਰ ਅਸੀਂ ਇਸ ਗੱਲ ਬਾਰੇ ਗੱਲ ਕਰੀਏ ਕਿ ਮਾਹੌਲ ਕੀ ਹੈ ਮਾਹੌਲ definitely it is something that is happening in the country but not something that the government is not in control government ਬਹੁਤ ਕੰਟਰੋਲ 'ਚ ਗਵਰਨਮੈਂਟ ਇਸ ਚੀਜ਼ ਉੱਤੇ ਵੀ ਬਹੁਤ ਤਵੱਜੋ ਦੇ ਰਹੀ ਹੈ ਕਿ ਉਹ ਆਪਣੇ ਰੈਜ਼ੀਡੈਂਟਸ ਜੋ ਕਿ ਉਹਨਾਂ ਦੇ ਆਪਣੇ ਸਿਟੀਜ਼ਨਸ ਦੇ ਇਲਾਵਾ ਐਕਸਪੈਟਸ ਬਾਰੇ ਵੀ ਉਨਾ ਹੀ ਧਿਆਨ ਰੱਖੀਏ ਜਿਹਦੇ ਨਾਲ ਕਿ ਇੱਕ ਈਕੋਸਿਸਟਮ ਬਣਿਆ ਹੋਇਆ ਹੈ ਤੇ ਅਗਰ ਮੀਡੀਆ ਜਦੋਂ ਕਹਿੰਦਾ ਹੈ ਕਿ ਵੀ ਇੱਥੇ ਡਰ ਦਾ ਮਾਹੌਲ ਬਣਿਆ ਹੋਇਆ ਹੈ ਆਈ ਕੈਨ ਟੈਲ ਯੂ ਕਿ ਮੈਂ ਖੁਦ ਇੱਕ ਵਾਕਿੰਗ ਐਗਜ਼ਾਮਪਲ ਹਾਂ ਜਦੋਂ ਫਲਾਈਟਸ ਬੰਦ ਹੋਈਆਂ ਮੈਂ ਬਾਹਰ ਹੈਗਾ ਸੀ ਦੁਬਈ ਤੋਂ ਫਰਸਟ ਫਲਾਈਟ ਕੰਪਲੀਟਲੀ ਅਲੋਨ ਆਈ ਕੇਮ ਬੈਕ ਕਿਉਂਕਿ ਪਤਾ ਹੈ ਕਿ ਇੱਥੇ ਕੀ ਹੈ ਕੀ ਨਹੀਂ ਹੈ ਉੱਥੇ ਜੋ ਬਾਹਰ ਨਜ਼ਰ ਆਉਂਦਾ ਉਹ ਨਹੀਂ ਹੈ ਇਟ ਇਜ਼ ਆਲ ਬੀਨ ਕ੍ਰੀਏਟਡ ਬਾय ਦ ਮੀਡੀਆ ਵॉर ਸਾਡੀ ਨਹੀਂ ਹੈ ਵॉर ਦੁਬਈ ਦੀ ਨਹੀਂ ਹੈ ਵॉर यूएई ਦੀ ਨਹੀਂ ਹੈ यूएई हैज़ बीन पोजिशनड इन दिस जो कि एक अनफॉर्चुनेट है एंड वी आर इन कंट्रोल ਬਹੁਤ ਸਾਰੀਆਂ ਤਸਵੀਰਾਂ ਆਈਆਂ ਬਹੁਤ ਸਾਰੇ ਇੰਡੀਅਨ ਚੈਨਲਸ ਨੇ ਦਿਖਾਇਆ ਕਿ ਬੁਰਜ ਖਲੀਫਾ ਦੇ ਉੱਤੇ ਕੋਈ ਮਿਸਾਈਲ ਗਿਰ ਗਈ ਕਿਸੇ ਇੱਕ ਹੋਟਲ ਦੇ ਵਿੱਚ ਅੱਗ ਦੀਆਂ ਲਾਟਾਂ ਜਲ ਰਹੀਆਂ ਹਰ ਰੋਜ਼ ਵੀਡੀਓਜ਼ ਆ ਰਹੀਆਂ ਕਿ ਕੋਈ ਲੇਡੀ ਇੱਕ ਬੈਠੀ ਸੀ ਘਰ ਦੇ ਵਿੱਚ
ਔਰ ਉਹ ਪਿੱਛੇ ਬਲਾਸਟ ਹੋ ਗਿਆ, ਬਾਅਦ 'ਚ ਪਤਾ ਲੱਗਿਆ ਉਹ ਬਹਿਰੀਨ ਦਾ ਪੁਰਾਣਾ ਵੀਡੀਓ ਹੈ। ਇਸ ਤਰ੍ਹਾਂ ਦੇ ਵੀਡੀਓਜ਼ ਆ ਰਹੇ ਹੈ ਜਿਹਦੇ ਨਾਲ ਪੰਜਾਬ ਔਰ ਭਾਰਤ ਦੇ ਵਿੱਚ ਜਿਹੜੇ ਇਨਵੈਸਟਰ ਹੈ ਜਾਂ ਜਿਨ੍ਹਾਂ ਦੇ ਸਟੇਕਸ ਨੇ ਦੁਬਈ ਦੇ ਵਿੱਚ, ਉਹਨਾਂ 'ਚ ਪੈਨਿਕ ਦਾ ਮਾਹੌਲ ਹੈ। ਕਿੰਨਾ ਕੁ ਹੋਇਆ? ਵੀ ਵਾਂਟ ਟੂ ਨੋ ਦਾ ਐਗਜ਼ੈਕਟ ਸਿਚੁਏਸ਼ਨ ਕਿ ਬਹੁਤ ਸਾਰੀਆਂ ਮਿਜ਼ਾਈਲਸ ਜਾਂ ਬਹੁਤ ਸਾਰੇ ਡਰੋਨਸ ਆ ਕੇ ਗਿਰੇ ਆ ਦੁਬਈ 'ਚ। ਬਹੁਤ ਅਨਫੋਰਚੂਨੇਟ ਹੈ ਜੀ, ਜੋ ਤੁਸੀਂ ਵੀਡੀਓਜ਼ ਦੇਖਦੇ ਹੋ ਅੱਜ ਕੱਲ੍ਹ ਟੈਕਨੋਲੋਜੀ ਇੰਨੀ ਵੱਧ ਚੁੱਕੀ ਹੈ ਐਂਡ AI is definitely playing a big role on this one, ਕਿਉਂਕਿ ਅੱਜ ਕੱਲ੍ਹ ਜੋ ਚੀਜ਼ ਅਗਰ ਕੋਈ ਚੜ੍ਹਦਾ ਹੈ ਲੋਕਾਂ ਨੂੰ ਪਸੰਦ ਨਹੀਂ ਆਉਂਦਾ, ਤੇ ਕਾਫੀ ਜਗ੍ਹਾ ਤੇ ਦੇਖਿਆ ਜਾ ਰਿਹਾ ਕਿ ਪੀਪਲ ਆਰ ਨਾਟ ਹੈਪੀ ਦੈਟ ਦੁਬਈ ਵਾਸ ਗਰੋਇੰਗ ਐਂਡ ਟੂ ਅ ਪੁਆਇੰਟ ਕਿ ਅੱਜ ਜੋ ਚੀਜ਼ਾਂ ਨਜ਼ਰ ਆਉਂਦੀਆਂ ਇਟਸ ਕੰਪਲੀਟਲੀ ਮੇਕ ਬਿਲੀਵ। ਕੋਈ ਮਿਸਾਈਲ ਬੁਰਜ ਖਲੀਫਾ ਤੇ ਨਹੀਂ ਡਿੱਗਿਆ, ਕੋਈ ਮਿਸਾਈਲ ਕਿਸੇ ਇਹੋ ਜਿਹੇ ਸਿਵਿਲਿਅਨ ਏਰੀਆ ਦੇ ਅੰਦਰ ਨਹੀਂ ਡਿੱਗਿਆ। ਮਿਸਾਈਲਸ ਐਂਡ ਡਰੋਨਸ ਉਹਨਾਂ ਨੂੰ ਇੰਟਰਸੈਪਟ ਬਹੁਤ ਚੰਗੇ ਤਰੀਕੇ ਨਾਲ, ਬਿਕਾਜ਼ ਵੀ ਹੈਵ ਗੋਟ ਦ ਬੈਸਟ ਸਿਸਟਮਸ ਓਵਰ ਹੇਅਰ, ਇੰਟਰਸੈਪਟ ਕੀਤਾ ਜਾਂਦਾ ਹੈ। ਤੇ ਜੋ ਡੈਬਰੀ ਹੁੰਦੀ ਹੈ ਕਦੀ ਡਿੱਗ ਗਈ ਕਿੱਥੇ ਤੇ ਉਹ ਦੈਟਸ ਆਲ। ਤੇ ਅੱਜ ਤੱਕ 2000 ਤੋਂ ਜ਼ਿਆਦਾ ਡਰੋਨਸ ਇੱਥੇ ਆਏ ਨੇ, ਤਕਰੀਬਨ 100 ਪਲੱਸ ਮਿਸਾਈਲਸ ਹੈਵ ਬੀਨ ਸ਼ਾਟ ਬਟ ਆਲ ਹੈਵ ਬੀਨ ਟੇਕਨ ਇਨ ਕੰਟਰੋਲ। ਤੇ ਅਗਰ ਤੁਸੀਂ ਕੈਜੁਅਲਟੀਜ਼ ਦੀ ਗੱਲ ਕਰੋ ਤੇ ਤਕਰੀਬਨ 150 ਪਲੱਸ 150 ਪਲੱਸ ਮਾਈਨਰ ਇੰਜਰੀਜ਼ ਨੇ, 7 ਪੀਪਲ ਹੈਵ ਲੋਸਟ देयर ਲਾਈਵਸ। ਦੈਟ ਇਜ਼ ਅਨਫੋਰਚੂਨੇਟ। ਤੇ ਪਿਛਲੇ ਮੈਂ ਤੁਹਾਨੂੰ ਵੇਰਵਾ ਦੇ ਰਿਹਾ ਪਿਛਲੇ 18 ਦਿਨਾਂ ਤੇ 18 ਦਿਨ ਦੇ ਅੰਦਰ ਜੋ ਅਸੀਂ ਇਹ ਚੀਜ਼ਾਂ ਦੇਖ ਰਹੇ ਹਾਂ, ਅਸੀਂ ਰੋਜ਼ ਆਪਣੇ ਆਫਿਸ ਵੀ ਜਾਂਦੇ ਹਾਂ, ਸਾਰੇ ਪੂਰੀ ਇੱਥੇ ਜਿੰਨੇ ਵੀ ਰੈਸਟੋਰੈਂਟਸ ਐਨੀਥਿੰਗ ਦੈਟ ਯੂ ਟਾਕ ਅਬਾਊਟ ਸਭ ਓਪਨ ਹੈ ਐਂਡ ਪੀਪਲ ਆਰ ਗੋਇੰਗ ਐਂਡ ਪੀਪਲ ਆਰ ਵਿਜ਼ਿਟਿੰਗ ਇਟ ਐਜ਼ ਵੈਲ। ਇੱਕ ਮਾਹੌਲ ਬਣਾਇਆ ਹੋਇਆ ਹੈ। ਨॉर्मल ਲਾਈਫ ਹੈ ਹਰਮੀਤ ਜੀ, ਨॉर्मल ਲਾਈਫ ਹੈ ਉੱਥੇ? ਬਿਲਕੁਲ ਨॉर्मल ਲਾਈਫ ਹੈ। ਵੀ ਆਰ ਨਾਟ ਵਰਕਿੰਗ ਫਰਮ ਹੋਮ, ਵੀ ਆਰ ਵਰਕਿੰਗ ਇਨ ਦੀ ਆਫਿਸ। ਮੈਂ ਤੁਹਾਨੂੰ ਇਹ ਦੱਸਿਆ ਕਿ ਮੈਂ ਇੱਕ ਲਿਵਿੰਗ ਐਗਜ਼ਾਮਪਲ ਹਾਂ ਕਿ ਜਦੋਂ ਦੁਨੀਆ ਕਹਿ ਰਹੀ ਸੀ ਨਾ ਜਾਓ, ਉਹ ਬਾਹਰ ਬੈਠ ਕੇ ਅੱਜ ਮੇਰੇ ਪੇਰੈਂਟਸ ਵੀ ਜਦ ਮੈਨੂੰ ਫੋਨ ਕਰਦੇ ਨੇ, ਕਿਉਂਕਿ ਉਹ ਜਦ ਇੰਡੀਅਨ ਮੀਡੀਆ ਦੇਖਦੇ ਨੇ ਉਹ ਥੋੜਾ ਜਿਹਾ ਘਬਰਾ ਜਾਂਦੇ ਨੇ ਕਿ ਐਸੀ ਕਰਕੇ ਮੈਂ ਵੀ ਇੱਥੇ ਇੱਕ ਮੁਹਿੰਮ ਛੇੜੀ ਹੈ ਐਜ਼ ਸਮਬਡੀ ਦੈਟ ਵੀ ਆਰ ਟੇਕਿੰਗ ਕੇਅਰ ਫਰਮ ਰਿਪਰੈਜ਼ੈਂਟੇਸ਼ਨ ਫॉर ਗਲੋਬਲ ਸਿੱਖਸ ਐਜ਼ ਵੈਲ, ਕਿ ਕੋਸ਼ਿਸ਼ ਹੈ ਕਿ ਮੈਂਟਲ ਹੈਲਥ ਸਟਿਲ ਰਹੇ, ਜੋ ਇਨਫੋਰਮੇਸ਼ਨ ਹੈ ਉਹ ਇੱਕ ਵੈਲਿਡ ਇਨਫੋਰਮੇਸ਼ਨ ਹੋਏ, ਕਿਉਂਕਿ ਇਹਦਾ ਕੋਈ ਵੀ ਨਹੀਂ ਹੈ ਜਦ ਤੱਕ ਕੋਈ ਸਬਸਟੈਂਸ ਨਹੀਂ ਹੈ, ਡੋਂਟ ਬਿਲੀਵ ਇਟ। ਐਂਡ ਮਾਈ ਪੇਰੈਂਟਸ ਆਈ ਟੈਲ them ਕੀ ਹੋਊਗਾ ਜੀ ਜੀ ਮੈਂ ਪੇਰੈਂਟਸ ਨੂੰ ਵੀ ਇਹ ਕਿਹਾ, ਮੇਰੇ ਜਦੋਂ ਗੱਲ ਮੈਂ ਆਪਣੇ ਬਾਕੀ ਜਿੱਥੇ ਵੀ ਅਸੀਂ ਫੈਲਾ ਰਹੇ ਹਾਂ, ਕੋਈ ਨਿਊਜ਼ ਜਾ ਰਹੀ ਹੈ, ਮੈਸੇਜ ਜਾ ਰਿਹਾ, ਇਹੋ ਕਿ ਆਪਣੇ ਲਵਡ ਵਨਸ ਨਾਲ ਗੱਲ ਕਰਦੇ ਰਹੋ ਤਾਂ ਕਿ ਉਹਨਾਂ ਨੂੰ ਅਹਿਸਾਸ ਹੋਏ ਕਿ ਸਭ ਠੀਕ ਹੈ, ਕਿਉਂਕਿ ਜੋ ਬਾਹਰ ਦੇਖਦਾ ਉਹਨਾਂ ਨੂੰ ਡਰ ਲੱਗਦਾ ਕਿ ਕੀ ਹੋ ਰਿਹਾ ਹੈ, ਉਹ ਮਾਹੌਲ ਬਣਾਇਆ ਜਾ ਰਿਹਾ। ਇਟਸ ਅ ਨੈਰੇਟਿਵ ਐਂਡ ਆਈ ਕੈਨ ਟੈਲ ਯੂ, ਆਈ ਕੈਨ ਅਸ਼ੋਰ ਯੂ ਦੈਟ ਦੇਰ ਇਜ਼ ਨਥਿੰਗ ਦੈਟ ਆਈ ਕੈਨ ਪੁੱਟ ਅ ਫਿੰਗਰ ਔਨ ਕਿ ਕੋਈ ਇਹੋ ਜਿਹੀ ਚੀਜ਼ ਜੋ ਮੈਂ ਕਹਾਂ ਕਿ ਅੱਜ ਮੇਰਾ ਕੰਮ ਰੁਕ ਗਿਆ ਜਾਂ ਕਿਸੇ ਦਾ ਕੰਮ ਰੁਕ ਗਿਆ। ਅੱਗੇ ਦਾ ਫੋਰਕਾਸਟ ਇਟ ਇਜ਼ ਐਨੀਬਡੀਜ਼ ਗੈਸ। ਦੇਖੋ ਕ੍ਰੈਡੀਬਿਲਿਟੀ ਜਾਂ ਕੋਈ ਇਹੋ ਜਿਹਾ ਸਟਾਪ ਗੈਪ ਆ ਜਾਂਦਾ ਕਿ ਤੁਸੀਂ ਜਦੋਂ ਕੋਈ ਗੱਲ ਕਰਦੇ ਹੋ ਵਿਚ ਇਜ਼ ਨਾਟ ਵਾਂਟਡ, ਇੱਕ ਐਕਸੀਡੈਂਟ ਨਾ ਤੁਹਾਡੇ ਇਖਤਿਆਰ 'ਚ ਹੈ ਨਾ ਮੇਰੇ ਇਖਤਿਆਰ 'ਚ ਹੈ, ਉਸ ਤੋਂ ਬਾਅਦ ਇੱਕ ਰਿਕਵਰੀ ਟਾਈਮ ਤਾਂ ਲੱਗਦਾ ਹੀ ਹੈ, ਬਟ ਆਈ ਡੋਂਟ ਥਿੰਕ ਦੈਟ ਪ੍ਰੋਬਬਲੀ ਸਾਡੇ ਬੇਸਿਸ ਬਹੁਤ ਸਟਰੋਂਗ ਨੇ ਇੱਥੇ। ਪਰ ਇਹਦਾ ਰੀਅਲ ਐਸਟੇਟ ਇੰਡਸਟਰੀ ਤੇ ਸਪੈਸੀਫਿਕਲੀ ਪੁੱਛਣਾ ਚਾਹੁੰਦਾ ਕੀ ਅਸਰ ਹੋਊਗਾ, ਕਿਉਂਕਿ ਪਿਛਲੇ ਸਾਲਾਂ ਦੌਰਾਨ ਸਭ ਤੋਂ ਵੱਧ ਇਨਵੈਸਟਮੈਂਟਸ ਜੇ ਪੰਜਾਬੀਆਂ ਨੇ ਜਾਂ ਇੱਥੋਂ ਇੰਡੀਆ 'ਚੋਂ ਕੀਤੀ ਤਾਂ ਦੁਬਈ 'ਚ ਜਾ ਕੇ ਲੋਕਾਂ ਨੇ ਕੀਤੀ ਹੈ, ਔਰ ਅਸੀਂ ਟਰਾਈ ਸਿਟੀ ਜਾਂ ਗੁੜਗਾਉਂ ਤੋਂ ਬਾਅਦ ਫਸਟ ਚੋਇਸ ਬਣਨ ਲੱਗ ਗਿਆ ਸੀਗਾ ਕਿ ਦੁਬਈ ਦੇ ਵਿੱਚ ਜਾ ਕੇ ਇਨਵੈਸਟਮੈਂਟ ਕਰੋ ਔਰ ਰਿਟਰਨਸ ਵੀ ਅੱਛੀਆਂ ਨੇ ਔਰ ਬਹੁਤ ਸਾਰੇ ਲੋਕਾਂ ਨੇ ਆਪਦੀ ਹਾਰਡ ਅਰਨ ਮਨੀ ਲਗਾਈ ਹੋਈ ਹੈ। ਕੀ ਬਹੁਤ ਵੱਡਾ ਡਾਊਨਫਾਲ ਆਉਣ ਵਾਲਾ ਹੈ? ਦੇਖੋ ਇਸ ਬਾਰੇ ਮੈਂ ਗੱਲ ਕਰਨ ਤੋਂ ਪਹਿਲੇ ਮੈਂ ਆਈ ਨੀਡ ਟੂ ਬੀ ਪ੍ਰੋਬਬਲੀ ਬੀਇੰਗ ਵੈਰੀ ਕਲੀਅਰ ਅਬਾਊਟ ਇਟ। ਇਟ ਇਜ਼ ਐਨੀਬਡੀਜ਼ ਗੈਸ। ਇੱਕ ਜਿਹੜਾ ਇੱਕ ਮਾਰਕੀਟ ਦਾ ਸੈਂਟੀਮੈਂਟ ਹੈ ਉਹ ਮੈਂ ਕੰਟਰੋਲ ਨਹੀਂ ਕਰ ਸਕਦਾ ਜਾਂ ਕੋਈ ਵੀ ਕੰਟਰੋਲ ਨਹੀਂ ਕਰ ਸਕਦਾ। ਜਿਵੇਂ ਤੁਸੀਂ ਬੈਠ ਕੇ ਬਾਹਰੋਂ ਇੱਕ ਨੈਰੇਟਿਵ ਦੇਖਦੇ ਹੋ ਸਕਦਾ ਤੁਹਾਡਾ ਮਾਈਂਡਸੈਟ ਵੀ ਨੈਗੇਟਿਵ ਹੋਏ, ਬਟ ਆਈ ਥਿੰਕ ਦ ਸਟਰੈਂਥ ਆਫ UAE ਹੈਜ਼ ਬੀਨ, ਜਦੋਂ ਕੋਵਿਡ ਹੋਇਆ ਪੂਰੀ ਦੁਨੀਆ ਬੰਦ ਹੋ ਗਈ, ਅਸੀਂ ਬਾਉਂਸ ਬੈਕ ਕੀਤਾ। ਸਾਡੀ ਰੀਅਲ ਏਸਟੇਟ ਮਾਰਕੀਟ ਜਿਹੜੀ ਹੈ ਉਹ ਟੌਪ ਤੋਂ ਜਾ ਕੇ ਇੱਕਦਮ ਇਟ ਸਰਜਡ ਅਪ, ਹਾਈ ਟੂ ਹਾਈ ਗਿਆ। ਅੱਜ ਅਗਰ ਲੋਕ ਇੱਥੇ ਇਨਵੈਸਟਮੈਂਟ ਕਰ ਰਹੇ ਸੀ, ਇਟ ਇਜ਼ ਨਾਟ ਬਿਕਾਜ਼ ਅਸੀਂ ਕਹਿ ਰਹੇ ਕਿ ਸੇਫ ਹੈ, ਉਹ ਬਿਕਾਜ਼ ਉਹ ਆ ਕੇ ਆਪ ਖੁਦ ਵੀ ਦੇਖਦੇ ਨੇ, ਕੋਈ ਅਗਰ ਆਪਣਾ ਹਾਰਡ ਐਂਡ ਮਨੀ ਲਗਾਉਂਦਾ ਹੈ, ਕੋਈ ਇਨਵੈਸਟਮੈਂਟ ਕਰਦਾ ਹੈ, ਉਹ ਦੇਖਦਾ ਹੈ ਕਿ ਕੀ ਹੈ, ਸਹੀ ਹੈ ਕਿ ਨਹੀਂ ਹੈ, ਉਹਨਾਂ ਨੂੰ ਰਿਟਰਨ ਆਫ ਇਨਵੈਸਟਮੈਂਟ ਮਿਲਦਾ ਹੈ ਕਿ ਨਹੀਂ ਮਿਲਦਾ। ਐਂਡ ਆਈ ਥਿੰਕ ਐਵਰੀਬਡੀ ਵਾਜ਼ ਹੈਪੀ ਵੇਅਰ ਇਟ ਵਾਜ਼ ਗੋਇੰਗ। ਇਟ ਇਜ਼ ਅਨਫੋਰਚੂਨੇਟ ਕਿ ਜੋ ਇਹ ਚੀਜ਼ ਹੋਈ ਹੈ, ਲੇਕਿਨ ਮੈਨੂੰ ਲੱਗਦਾ ਹੈ ਕਿ ਵੀ ਵਿਲ ਰਿਕਵਰ ਵੈਰੀ ਸੂਨ। ਇੱਕ ਵਾਰੀ ਪਹਿਲੇ ਇੱਕ ਪੀਸ ਆ ਜਾਏ ਰੀਜਨ ਦੇ ਅੰਦਰ, ਵਿਚ ਇਜ਼ ਵੈਰੀ ਮਚ ਐਵਰੀਬਡੀ ਡਿਜ਼ਾਇਰਸ ਐਂਡ ਪ੍ਰੇਜ਼ ਫॉर ਐਵਰੀਬਡੀ, not only for UAE but globally, peace ਆਉਣਾ ਚਾਹੀਦਾ। ਉਸ ਤੋਂ ਬਾਅਦ ਇੱਕ ਮਾਹੌਲ ਇਹੋ ਜਿਹਾ ਬਣ ਜਾਏਗਾ, ਪਤਾ ਲੱਗ ਜਾਏਗਾ ਕਿ ਲਾਈਕ ਹਾਊ ਸਟਰੋਂਗ ਵੀ ਆਰ, ਕਿਉਂਕਿ ਸਾਡਾ ਇਟ ਇਜ਼ ਨਾਟ ਅਬਾਊਟ ਮੇਕਸ਼ਿਫਟ ਫਲਿੱਪਰਸ ਕਿ ਅੱਜ ਕਿਸੇ ਨੇ ਇਨਵੈਸਟਮੈਂਟ ਕੀਤਾ ਹੈ ਤੇ ਉਹਨੇ 10 ਦਿਨ ਬਾਅਦ ਕਰਨਾ, ਉਹ ਵੀ ਦੈਟ ਇਜ਼ ਆਲਸੋ ਅ ਸੈਕਟਰ ਬਟ ਦੈਟ ਇਜ਼ ਵੈਰੀ ਲਿਮਿਟਡ। ਪੀਪਲ ਆਰ ਕਮਿੰਗ ਓਵਰ ਟੂ ਸਟੇ ਓਵਰ ਹੇਅਰ ਐਂਡ ਵੈਨ ਯੂ ਗੈਟ ਦੈਟ ਕਿ ਅੱਜ ਤੁਸੀਂ ਦੇਖਦੇ ਹੋ ਕਿ ਕਿਸੇ ਰੀਅਲ ਏਸਟੇਟ ਦੇ ਅੰਦਰ ਜਦੋਂ ਤੁਸੀਂ ਇੱਕ ਕੈਸ਼ ਬਾਏ ਹੁੰਦਾ, ਜ਼ਿਆਦਾਤਰ ਕੈਸ਼ ਬਾਏ ਹੁੰਦਾ ਹੈ ਦੋ ਤਰੀਕੇ ਨਾਲ। ਇੱਕ, ਜਾਂ ਤਾਂ ਤੁਸੀਂ ਇਨਵੈਸਟਮੈਂਟ ਕਰ ਰਹੇ ਹੋ ਜਾਂ ਤੁਸੀਂ ਆਪਣਾ ਪੈਸਾ ਇੱਥੇ ਲੈ ਕੇ ਆ ਰਹੇ ਹੋ, ਤੁਸੀਂ ਯੂ ਵਾਂਟ ਟੂ ਸਟੇ ਓਵਰ ਹੇਅਰ। ਦ ਪਰਸੈਂਟੇਜ ਆਫ ਮੌਰਟਗੇजेस ਇਜ਼ ਹਾਈ। ਮੌਰਟਗੇਜ ਇਸ ਕਰਕੇ ਹੁੰਦਾ
if somebody wants to live over here as well. So that's also very high. So I don't think that probably we are going down like very badly. It is going to be a stable kind of a situation. We'll all have to look into कि किस तरीके का sentiment बनता है, किस तरीके ਨਾਲ ਅਸੀਂ market वापस ਕਰਦੇ ਹਾਂ. But I'm very very gung ho about it कि ਇਹ ਵਾਪਸ ਸਾਡੀ ਰਿਕਵਰੀ ਤੇ ਹੈ ਹੀ, ਇਹੋ ਜਿਹਾ ਕੋਈ ਮਾਹੌਲ ਨਹੀਂ ਹੈ ਕਿ ਅਸੀਂ ਥੱਲੇ ਜਾ ਰਹੇ ਹਾਂ. ਮੇਰਾ ਇੰਡੀਆ ਪੁਆਇੰਟ ਆਫ View ਤੋਂ ਕੁਐਸਚਨ ਸੀ ਹੈ, ਪਰ ਹੁਣ ਮੈਂ ਦੁਬਈ ਪੁਆਇੰਟ ਆਫ View ਤੋਂ ਇੱਕ ਸਵਾਲ ਕਰਨਾ ਚਾਹੁੰਦਾ. ਰੈਜ਼ੀਡੈਂਟਸ ਕੀ ਸੋਚ ਰਹੇ ਹੈ? ਇੱਕ ਤਾਂ ਇਹ ਹੈ ਕਿ ਗਵਰਨਮੈਂਟ ਨੇ ਕਿਵੇਂ ਰਿਐਕਟ ਕੀਤਾ ਔਰ ਹੁਣ ਕਿਵੇਂ ਐਕਟ ਕਰ ਰਹੀ ਹੈ, ਔਰ ਦੂਸਰੀ ਗੱਲ ਇਹ ਹੈ ਕਿ ਤੁਹਾਡੇ ਸਿਵਲ ਹਾਲਾਤ ਕੀ ਨੇ, ਕੀ ਪ੍ਰਾਈਸਿਸ ਕੰਟਰੋਲ 'ਚ ਨੇ, ਨੋਰਮਲ ਲਾਈਫ ਜਿਹੜੀ ਹੈ ਹਰ ਰੋਜ਼ ਦੀ ਜ਼ਿੰਦਗੀ ਉਹ ਉਵੇਂ ਹੀ ਚੱਲ ਰਹੀ ਹੈ ਜਿਵੇਂ ਪਹਿਲਾਂ ਚੱਲ ਰਹੀ ਸੀ, ਔਰ ਹਾਊ ਇਜ਼ ਦ ਗਵਰਨਮੈਂਟ ਰਿਐਕਟਿੰਗ ਟੂ ਇਟ? ਗਰਾਊਂਡ ਰਿਐਲਿਟੀ ਦੇਖੋ, ਅੱਜ ਪਹਿਲੇ ਤੇ ਸਭ ਤੋਂ ਪਹਿਲੇ ਜਦੋਂ ਫਲਾਈਟਸ, ਜਦੋਂ 에ਅਰ ਸਪੇਸ ਬੰਦ ਹੋਇਆ, ਮੈਂ ਆਈ ਵਿਲ ਟਾਕ ਟੂ ਦ ਪੁਆਇੰਟ, ਜਦੋਂ ਫਲਾਈਟਸ ਬੰਦ ਹੋਈਆਂ ਦੈਟ ਵਾਜ਼ ਅਗੇਨ ਸਮਥਿੰਗ ਦੈਟ ਵਾਜ਼ ਸਡਨ. ਇੱਥੇ ਜੋ ਵਿਜ਼ਿਟਰਸ ਹੈਗੇ ਸੀ, because they are not residents over here, ਉਹਨਾਂ ਦਾ ਵਾਪਸ ਜਾਣਾ, ਉਹਨਾਂ ਦਾ transit flights, they definitely had to fly back. And can you imagine 1.4 million travelers have been served by Dubai airport, including what is happening over here. ਤੇ ਇੱਥੇ ਜਿਹੜਾ ਮਾਹੌਲ ਹੈ ਰੈਜ਼ੀਡੈਂਟਸ ਦਾ, ਮੈਂ ਤੁਹਾਨੂੰ ਬਹੁਤ ਕਲੀਅਰਲੀ ਇਹ ਦੱਸ ਸਕਦਾ ਕਿ ਤੁਸੀਂ ਅਗਰ 10 ਲੋਕਾਂ ਚੋਂ 9 ਨੂੰ ਪੁੱਛੋਗੇ ਤਾਂ 9 ਤੇ ਇਹੋ ਕਹਿਣਗੇ ਅਸੀਂ ਇੱਥੇ ਰਹਿਣਾ. ਇੱਕ 1% that probably might be thinking of it might be because of the mental health or mental state, ਔਰ ਜੋ ਲੋਕ ਜ਼ਿਆਦਾ ਇੱਕ ਤਰੀਕੇ ਨਾਲ ਇਫੈਕਟ ਹੋ ਜਾਂਦੇ ਨੇ ਕਿ ਬਾਹਰ ਦੀ ਗੱਲਾਂ ਸੁਣ ਕੇ. ਬਟ ਅਪਾਰਟ ਫਰਮ ਦੈਟ ਦ ਗਵਰਨਮੈਂਟ ਹੈਜ਼ ਗਿਵਨ ਅਸ ਕੰਪਲੀਟਲੀ, ਦੇਖੋ ਇੱਕ ਕੀ ਹੁੰਦਾ, ਲੀਡਰ ਦਾ ਕੰਮ ਕੀ ਹੁੰਦਾ ਹੈ? ਅੱਜ ਅਗਰ ਮੈਂ ਕਹਾਂ ਕਿ ਨਹੀਂ ਸਭ ਠੀਕ ਹੈ ਤੇ ਮੈਂ ਆਪਣੇ ਘਰ ਦੇ ਅੰਦਰ ਬੈਠਾ ਰਹਾਂ, ਦ ਲੀਡਰਸ ਹੈਵ ਕਮ ਆਊਟ. ਉਹ ਤੁਸੀਂ ਮੌਲਾਂ ਦੇ ਅੰਦਰ ਨੂੰ ਦੇਖ ਸਕਦੇ ਹੋ, ਤੁਸੀਂ ਉਹਨਾਂ ਨੂੰ ਰੋਡਸ ਉੱਤੇ ਦੇਖ ਸਕਦੇ ਹੋ, ਤੁਸੀਂ ਦੇਖ ਸਕਦੇ ਹੋ ਲੋਕਾਂ ਨਾਲ ਹੱਥ ਮਿਲਾ ਰਹੇ ਨੇ. ਦੇ ਆਰ ਨਾਟ ਸ਼ੋਇੰਗ ਦੈਟ ਪ੍ਰੋਬਬਲੀ ਵੀ ਆਰ ਸਕੇਅਰਡ ਬਿਕਾਜ਼ ਇਟ ਇਜ਼ ਨਾਟ ਆਵਰ ਵਾਰ. ਇਹ ਸਾਡੀ ਵਾਰ ਹੈ ਹੀ ਨਹੀਂ. ਵੀ ਆਰ ਨਾਟ even considered to be a party of this. It is unfortunate ਜੋ ਵੀ ਇੱਕ ਮਾਹੌਲ ਬਣਿਆ ਹੈ, that is unfortunate. ਬਟ ਮੈਨੂੰ ਨਹੀਂ ਲੱਗਦਾ ਕਿ ਇੱਥੇ ਕੋਈ ਵੀ ਰੈਜ਼ੀਡੈਂਟ ਜਿਹੜਾ ਇਸ ਸਮੇਂ ਕੋਈ ਆਪਣਾ ਬਿਜ਼ਨਸ ਬੰਦ ਕਰ ਰਿਹਾ ਜਾਂ ਵਾਪਸ ਜਾਣ ਦੀ ਕੋਸ਼ਿਸ਼ ਕਰ ਰਿਹਾ, ਕੋਈ ਇਹੋ ਜਿਹੀ ਐਸਕੇਲੇਸ਼ਨ ਹਾਲੇ ਤੱਕ ਨਹੀਂ ਹੋਈ ਇੱਥੇ. ਲਾਈਕ ਯੂ ਸੀ ਕਿ ਕਿਸੇ ਦੇ ਘਰ ਦੇ ਉੱਤੇ ਬੰਬ ਗਿਰ ਗਿਆ ਜਾਂ ਮਿਸਾਈਲ ਗਿਰੇ, ਨੋ, ਨਥਿੰਗ ਐਟ ਆਲ. ਤੁਹਾਡੀ ਸਰਕਾਰ ਕੋਈ ਮੈਜਰਸ ਲੈ ਰਹੀ ਹੈ? ਆਰ ਦੇ ਟਾਕਿੰਗ ਟੂ ਇਰਾਨ ਔਰ ਆਰ ਦੇ ਟਾਕਿੰਗ ਟੂ ਅਮਰੀਕਾ ਅਬਾਊਟ ਇਟ ਕਿ ਤੁਹਾਡੀ ਕੰਟਰੀ ਦੇ ਵਿੱਚ ਹਾਲਾਤ ਕਿਵੇਂ ਨਾਰਮਲਾਈਜ਼ ਹੋਣਗੇ? See, as per official this thing, they have been talking. Gulf Corporation, which is GCC, all the nations have come together. ਸਾਰੇ nations ਇਕੱਠੇ ਹੋ ਕੇ ਈਰਾਨ ਦੇ ਨਾਲ ਵੀ ਇੱਕ ਕਮਿਊਨੀਕੇਸ਼ਨ ਚੈਨਲਸ ਓਪਨ ਕਰਨ ਦੀ ਕੋਸ਼ਿਸ਼, ਗੱਲ ਵੀ ਹੁੰਦੀ ਹੈ, ਸਭ ਕੁਝ ਹੁੰਦਾ ਹੈ. ਇਫ ਯੂ ਮੇ ਰਿਮੈਂਬਰ ਕਿ ਇਹਨਾਂ ਦੇ ਪ੍ਰੈਜ਼ੀਡੈਂਟ, ਈਰਾਨ ਦੇ ਪ੍ਰੈਜ਼ੀਡੈਂਟ ਹੂ ਕੇਮ ਅਪ ਐਂਡ ਹੀ ਸੈਡ ਦੈਟ ਹੀ ਇਜ਼ ਅਪੋਲੋਜੈਟਿਕ ਕਿ ਅਸੀਂ ਆਪਣੀ ਨੇਬਰਿੰਗ ਕੰਟਰੀਜ਼ ਉੱਤੇ ਇੱਦਾਂ ਕਰਨਾ ਪਿਆ, ਵਟਐਵਰ. ਸੋ ਆਈ ਥਿੰਕ ਦੇਰ ਇਜ਼ very little thing that probably communication ਜਿਹੜਾ sort out ਹੋ ਜਾਏਗਾ ਤੇ I think this is going to be over. America, Israel, Iran, everybody, because UAE especially is a neutral country. ਕਿਸੇ ਪੱਖਪਾਤ ਉੱਤੇ ਨਹੀਂ, ਤੇ I think it is something that ਬਹੁਤ ਜਲਦ ਮੈਨੂੰ ਲੱਗਦਾ ਕੋਈ ਨਾ ਕੋਈ ਸੋਲੂਸ਼ਨ ਨਿਕਲੇਗਾ. ਇਸ ਹਾਲਾਤ ਦੇ ਵਿੱਚ ਸਿੱਖਾਂ ਦੀ ਪੋਜੀਸ਼ਨ ਕੀ ਰਹੀ ਹੈ UAE ਦੇ ਵਿੱਚ, ਖਾਸ ਤੌਰ ਤੇ ਗੁਰੂ ਘਰ ਨੇ, ਔਰ ਪੈਨਿਕ ਦੀ ਸਥਿਤੀ ਪਹਿਲੇ 2-3 ਦਿਨ ਜ਼ਰੂਰ ਬਣੀ, ਤੁਸੀਂ ਕਿਹਾ ਉਸ ਤੋਂ ਬਾਅਦ ਹਾਲਾਤ ਨਾਰਮਲ ਨੇ. ਤੁਸੀਂ ਔਰ ਬਹੁਤ ਸਾਰੇ ਹੋਰ ਨਾਮੀ ਸਿੱਖ ਨੇ ਜਿਹੜੇ ਗਵਰਨਮੈਂਟ ਦੇ ਨਾਲ ਇਨ ਐਸੋਸੀਏਸ਼ਨ ਵਿਦ ਦਾ ਗਵਰਨਮੈਂਟ ਤੁਸੀਂ ਲੋਕ ਕੰਮ ਕਰਦੇ ਹੋ, ਸੋ ਤੁਸੀਂ ਕਿਵੇਂ ਡੀਲ ਕੀਤਾ, ਔਰ ਨਾਰਮਲ ਜਿਹੜੀ ਆਮ ਕਮਿਊਨਿਟੀ ਸਾਡੀ ਹੈ ਉਹਦੇ ਬਾਰੇ ਜਾਣਨਾ ਚਾਹ ਰਿਹਾ. ਆਪਣੀ ਆਮ ਕਮਿਊਨਿਟੀ ਦੇਖੋ, ਇੱਥੇ ਪਹਿਲੇ ਜਦੋਂ ਇੱਕ ਮਾਸ ਹੋਇਆ ਸੀ ਕਿ ਵੀ ਲਾਈਕ ਪੀਪਲ ਸ਼ੁੱਡ ਨਾਟ ਗੈਦਰ ਟੂਗੈਦਰ, ਉਸ ਵਕਤ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਜਬਲ ਅਲੀ, ਉਹਨਾਂ ਨੂੰ ਇੱਕ ਹੈਗਾ ਸੀ ਕਿ ਵੀ ਇਟ ਸ਼ੁੱਡ ਨਾਟ ਓਪਨ ਫॉर ਸਮ ਟਾਈਮ, ਇਟ ਵਾਸ ਕਲੋਜ਼ਡ. DIP2 ਜਿੱਥੇ ਗੁਰੂ ਘਰ ਹੈਗਾ ਸਾਡਾ ਇੱਥੇ, that was open completely for everybody. ਲੰਗਰ ਚੱਲਦੇ ਰਹੇ, ਬਾਕੀ ਹਰ ਚੀਜ਼ ਉੱਤੇ ਸਾਡਾ ਇਹ ਤਵੱਜੋ ਰਿਹਾ. ਤੇ ਗਲੋਬਲ ਸਿੱਖਸ ਨੂੰ ਰਿਪਰੈਜ਼ੈਂਟ ਕਰਦੇ ਹੋਏ ਸਾਡੇ ਇੱਥੇ ਤਕਰੀਬਨ 300-400 ਵੋਲੰਟੀਅਰਸ ਹੈਗੇ ਨੇ. ਅਸੀਂ ਕੋਸ਼ਿਸ਼ ਕੀਤੀ ਕਿ ਆਸ-ਪਾਸ ਨੇੜੇ ਤੇੜੇ ਜੋ ਵੀ ਅਸੀਂ ਚੀਜ਼ ਕਰ ਸਕਦੇ ਹਾਂ, ਸਾਡੇ ਕੋਲ ਇੱਥੇ ਰੂਮਸ ਜਿਹੜੇ ਹੈਗੇ ਅਸੀਂ ਮੁਹੱਈਆ ਕਰਾਏ, ਅਸੀਂ ਵੀ ਅੱਜ ਵੀ ਕਰਾ ਰਹੇ. ਲੇਬਰ ਕੈਂਪਸ ਅੰਦਰ ਰੂਮਸ ਹੈਗੇ ਨੇ ਕਿ ਅਗਰ ਕੋਈ ਬੰਦਾ ਇੱਥੇ ਰੁਕ ਜਾਂਦਾ, ਜਿਵੇਂ ਕੈਂਸਲੇਸ਼ਨ ਹੋ ਗਈ ਜਾਂ ਕੋਈ ਇਸ ਤਰੀਕੇ ਦਾ ਬੰਦਾ ਜਿਹੜਾ ਜਿਹਨੂੰ ਪਤਾ ਨਹੀਂ ਕਿ ਲੀਗਲੀ ਕੀ ਕਰਨਾ ਹੈ, ਉਹਦੀ ਮਦਦ ਕਰਨੀ. ਸਾਡਾ ਕੰਮ ਸੇਵਾ ਦਾ ਜਿਹੜਾ ਹੈ ਉਹ ਇੱਥੇ ਨਹੀਂ ਰੁਕਿਆ. ਸਿੱਖਾਂ ਦਾ ਕੰਮ ਸੇਵਾ ਦਾ ਤੇ ਇੱਕ ਦਸਤਾਰ ਦੇ ਉੱਤੇ ਅਸੀਂ ਜਦੋਂ ਵੀ ਦੇਖਦੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਕਰੀਏ ਜੋ ਦੁਨੀਆ ਵਾਸਤੇ ਇੱਕ ਐਗਜ਼ਾਮਪਲ ਹੋਏ. ਐਂਡ ਆਈ ਥਿੰਕ ਐਵਰੀਬਡੀ ਸਟੂਡ ਅਪ. ਆਈ ਹੈਵ ਪਰਸਨਲੀ ਬੀਨ ਲੀਡਿੰਗ ਮਾਈ, ਮੇਰਾ ਜਿਹੜਾ ਵੀ ਵੋਲੰਟੀਅਰਸ ਹੈਗੇ ਨੇ ਗਲੋਬਲ ਸਿੱਖ ਦੀ ਤਰਫੋਂ, ਅਸੀਂ ਕੋਸ਼ਿਸ਼ ਕਰ ਰਹੇ ਹਾਂ. ਅਸੀਂ ਤਕਰੀਬਨ ਕੁਛ 8-10 ਬੰਦਿਆਂ ਨੂੰ ਵਾਪਸ ਟਿਕਟਸ ਵੀ ਕਰਾ ਕੇ ਭੇਜੀਏ. ਅਸੀਂ ਇੱਥੇ ਲੋਕਾਂ ਨੂੰ ਰੈਜ਼ੀਡੈਂਸ ਜਾਂ ਇੱਕ ਅਕੋਮੋਡੇਸ਼ਨ ਮੁਹੱਈਆ ਕਰਾ ਰਹੇ ਹਾਂ, ਹੌਟ ਮੀਲਸ ਹੈ, ਲੀਗਲ ਅਸਿਸਟੈਂਸ ਵਿਦ ਆਰ ਲਾਇਰਸ ਫॉर ਔਨ ਇਨ ਦ ਨੈਰੇਟਿਵ ਜੋ ਗਵਰਨਮੈਂਟ ਦੇ ਡਾਇਰੈਕਟਿਵਸ ਹੈ ਉਹਦੇ ਬੇਸਿਸ ਉੱਤੇ. ਕੁਛ ਉਹਨਾਂ ਤੋਂ ਗਵਰਨਮੈਂਟ ਤੋਂ ਉੱਪਰ ਜਾ ਕੇ ਅਸੀਂ ਕੁਛ ਨਹੀਂ ਕਰ ਰਹੇ, ਬਟ ਵੀ ਆਰ ਬੀਇੰਗ ਅ ਪਾਰਟ ਐਂਡ ਸਪੋਰਟਿਵ ਟੁਵਰਡਸ ਗਵਰਨਮੈਂਟ ਇਨੀਸ਼ੀਏਟਿਵਸ. ਔਰ ਜੇ ਗਲੋਬਲ ਸਿੱਖਸ ਜਾਂ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਚਾਹੁੰਦਾ, ਜੇ ਫਸਿਆ ਉੱਥੇ ਜਾਂ ਕਿਸੇ ਨੂੰ ਕੋਈ ਏਡ ਦੀ ਜ਼ਰੂਰਤ ਹੈ ਜਾਂ
ਕੋਈ ਉਹਨੂੰ ਫਾਈਨੈਂਸ਼ੀਅਲ ਪ੍ਰੋਬਲਮ ਆ ਰਹੀ ਹੈ, ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਆ ਰਹੀ, ਤੁਸੀਂ ਕਹਿ ਰਹੇ ਹੋ ਯੂ ਆਰ देयर ਫॉर द ਅਸਿਸਟੈਂਸ, ਕਿਵੇਂ ਕਮਿਊਨੀਕੇਟ ਤੁਹਾਡੇ ਨਾਲ ਉੱਥੇ ਕੀਤਾ ਜਾਵੇ ਜੇ ਸਾਡੇ ਮਾਧਿਅਮ ਤੋਂ ਜਿਹੜੇ ਲੋਕ ਸੁਣ ਰਹੇ ਆ? ਮੈਂ ਤੁਹਾਨੂੰ ਸਾਡਾ ਜਿਹੜਾ ਹੈਲਪਲਾਈਨ ਨੰਬਰ ਐਂਡ ਈਮੇਲ ਐਡਰੈਸ ਫਾਰਵਰਡ ਕਰ ਦਾਂਗਾ। ਇਟ ਸ਼ੁੱਡ ਬੀ ਫਲੈਸ਼ਿੰਗ ਡਾਊਨ। ਅਸੀਂ ਇੰਨੇ ਸਾਲਾਂ ਤੋਂ ਜਦੋਂ ਇੱਥੇ ਪੋਰਟਰੇ ਕਰ ਰਹੇ ਹਾਂ ਕਿ ਕੋਈ ਵੀ ਸਾਡਾ ਕਲੀਨ ਰਿਕਾਰਡ ਹੈਗਾ, ਕੋਈ ਇਨਸੀਡੈਂਟਸ ਨਹੀਂ ਹੋਏ, ਕੋਈ ਕੁਝ ਨਹੀਂ ਹੋਇਆ। ਤੁਹਾਨੂੰ ਕਿਉਂ ਲੱਗਦਾ ਕਿ 200 ਨੈਸ਼ਨੈਲਿਟੀਜ਼ ਜੋ ਇੱਥੇ ਨਾਲ ਰਹਿੰਦੀਆਂ ਨੇ ਪ੍ਰੋਗਰੈਸਿਵਲੀ ਕਿੱਦਾਂ ਜੀ ਰਹੀ ਸੀ? ਅਸੀਂ ਕਿਸ ਤਰੀਕੇ ਦਾ ਮਾਹੌਲ ਬਣਾਇਆ ਸੀ ਕਿ ਐਵਰੀਬਡੀ ਕੈਨ ਲਿਵ ਐਂਡ ਇਟ ਇਜ਼ ਅ ਪੀਸਫੁਲ ਲਿਵਿੰਗ ਸਟੈਂਡਰਡਸ। ਪੀਸਫੁਲ ਕੋਐਗਜ਼ਿਸਟੈਂਸ ਇਜ਼ ਇੰਪੋਰਟੈਂਟ। ਮੈਂ ਤਾਂ ਅਸੀਂ ਇਸ ਚੀਜ਼ ਬਾਰੇ ਬਹੁਤ ਜ਼ਿਆਦਾ ਵੋਕਲ ਹੈਗੇ ਸੀ। ਪੀਪਲ ਸ਼ੁੱਡ ਲਰਨ ਫਰਮ UAE ਕਿ ਕਿਸ ਤਰੀਕੇ ਨਾਲ ਸਭ ਨਾਲ ਮਿਲ ਕੇ ਇਕੱਠੇ ਪ੍ਰੋਗਰੈਸਿਵ ਹੋ ਸਕਦੇ। ਐਂਡ ਆਈ ਥਿੰਕ ਇਟ ਇਜ਼ ਨਾਟ ਚੇਂਜਡ। ਜੋ ਲੋਕ ਇੱਥੇ ਹੈਗੇ ਨੇ, 3 ਤਰੀਕੇ ਦੇ ਲੋਕ ਨੇ ਇੱਥੇ ਸਿਮਰਨ ਜੀ। ਵਨ, ਜੋ ਤੁਸੀਂ ਸਮਝੋ ਕਿ ਤਿੰਨ ਮੈਂ ਅਗਰ ਉਹਨਾਂ ਨੂੰ ਡਿਵਾਈਡ ਕਰ ਸਕਾਂ, ਇੱਕ ਜੋ ਸਿਰਫ ਪੈਸਾ ਬਣਾਉਣ ਆਉਂਦੇ ਨੇ, ਉਹਨਾਂ ਦਾ ਸ਼ਾਰਟ ਟਰਮ ਵਿਜ਼ਨ ਹੁੰਦਾ, ਦੈਟ ਮਾਈਟ ਬੀ ਜਿਹੜੇ ਕਹਿੰਦੇ ਨੇ ਕਿ ਜਦੋਂ ਬਰਸਾਤ ਆਉਂਦੀ ਤੇ ਮੱਛਰ ਹੁੰਦੇ ਨੇ, ਚਲੇ ਜਾਂਦਾ। ਦ ਸੈਕਿੰਡ ਇਜ਼ ਦੈਟ ਪੀਪਲ ਹੂ ਕਮ ਵਿਦ ਅ ਕ੍ਰਾਈਟੀਰੀਆ ਕਿ ਜਿਨ੍ਹਾਂ ਨੇ ਆਪਣਾ ਕਰੀਅਰ ਇੱਥੇ ਬਣਾਉਣਾ। ਕਰੀਅਰ ਇੱਕ ਟਾਈਮ, ਇੱਕ ਬਾਉਂਡ ਹੁੰਦਾ ਹੈ ਕਿ ਇੱਕ ਸਰਕਲ ਬਣਾ ਕੇ ਵਾਪਸ ਚਲੇ ਜਾਂਦੇ ਨੇ। ਥਰਡ ਹੁੰਦੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਇੱਥੇ ਗੁਜ਼ਾਰੀ ਹੈ ਐਂਡ ਦੇ ਕਾਲ ਦਿਸ ਹੋਮ। ਆਈ ਐਮ ਵਨ ਆਫ ਦੈਮ। ਤੇ ਅਸੀਂ ਇੱਥੇ ਜਿਹੜਾ ਇੱਕ ਈਕੋਸਿਸਟਮ ਬਣਿਆ ਹੋਇਆ ਹੈ, ਆਈ ਥਿੰਕ ਮੋਸਟ ਆਫ ਦ ਕਮਿਊਨਿਟੀ, ਮੋਸਟ ਆਫ ਦ ਨੈਸ਼ਨੈਲਿਟੀਜ਼, ਮੋਸਟ ਆਫ ਦ ਪੀਪਲ ਦੇ ਕਾਲ ਦਿਸ ਪਲੇਸ ਐਜ਼ ਹੋਮ। ਬਟ ਟੂ ਬੀ ਓਨੈਸਟ, ਕਿਉਂਕਿ ਟੂਰਿਸਟ ਬੇਸਡ ਇਕਨੋਮੀ ਹੈ ਤਾਂ ਫਰਕ ਤਾਂ ਪਊਗਾ ਆਉਣ ਵਾਲੇ ਜੇ 6-8 ਮਹੀਨੇ ਸਾਲ ਲਈ ਹਾਲਾਤ ਠੀਕ ਹੁੰਦੇ ਔਰ ਟੂਰਿਸਟ ਦਾ ਇੱਕ ਮਾਈਂਡਸੈਟ ਬਣ ਜਾਂਦਾ, ਕਿਉਂਕਿ ਉਹਨੇ ਤਾਂ ਪੈਸਾ ਸਪੈਂਡ ਕਰਨਾ ਹੈ। ਜੇ ਦੁਬਈ ਨਹੀਂ ਹੈ ਤਾਂ ਉਹ ਬਾਲੀ ਜਾ ਸਕਦੇ ਆ, ਹੋਰ ਆਪਸ਼ਨਸ ਨੇ ਪੂਰੀ ਦੁਨੀਆ ਦੇ ਕੋਲੇ, ਤਾਂ ਉਹਦੇ ਨਾਲ ਫਰਕ ਪਊਗਾ ਤੁਹਾਨੂੰ ਲੱਗਦਾ ਤੁਹਾਡੀ ਇਕਨੋਮੀ ਤੇ? ਮੈਨੂੰ ਲੱਗਦਾ ਹੈ ਬਿਲਕੁਲ ਇੱਕ ਛੋਟਾ ਜਿਹਾ ਇੱਕ ਪੀਰੀਅਡ ਆਏਗਾ ਜਦੋਂ ਅਸੀਂ ਵਾਪਸ ਆਪਣੇ ਆਪ ਨੂੰ ਰੀਗਰੂਪ ਕਰਾਂਗੇ। ਇਹ ਤਾਂ ਕੋਵਿਡ ਦੇ ਟਾਈਮ ਤੇ ਵੀ ਆਇਆ ਸੀ, ਜਦ ਟਰੈਵਲ ਬਿਲਕੁਲ ਬੰਦ ਹੋ ਗਿਆ ਸੀ। ਆਈ ਥਿੰਕ ਟਰੈਵਲ ਬੰਦ ਹੋਣ ਕਰਕੇ ਟੂਰਿਜ਼ਮ ਬਿਲਕੁਲ ਇੱਕਦਮ ਥੱਲੇ ਆ ਗਿਆ ਸੀ। ਦ ਪਾਲਿਸੀਜ਼ ਚੇਂਜ ਫॉर द ਗਵਰਨਮੈਂਟ ਹੋਏ। ਅਸੀਂ ਲੋਕਲ ਟੂਰਿਜ਼ਮ ਉੱਤੇ ਆ ਗਏ ਸੀ, ਅਸੀਂ ਇੰਟਰ ਐਮੀਰੇਟ ਟੂਰਿਜ਼ਮ ਉੱਤੇ ਆ ਗਏ ਸੀ। ਅੱਜ ਤੁਸੀਂ ਦੇਖੋ 3 ਦਿਨ ਪਹਿਲੇ ਇਹਨਾਂ ਨੇ ਮਿਰੇਕਲ ਗਾਰਡਨ ਜਿਹੜਾ ਹੈਗਾ, ਉਹਨਾਂ ਨੇ ਕਿਹਾ ਕਿ ਅੱਜ ਫ੍ਰੀ ਕਰਤਾ ਅਸੀਂ ਸਾਰੇ ਰੈਜ਼ੀਡੈਂਟਸ ਵਾਸਤੇ, ਐਂਡ ਦੇयर ਵਾਸ ਅ ਬਿਗ ਕਿਊ। ਤੁਸੀਂ ਅੱਜ ਉੱਥੇ ਚੈੱਕ ਕਰ ਸਕਦੇ ਹੋ, ਮੀਡੀਆ ਉੱਤੇ ਆਨਲਾਈਨ ਅਵੇਲੇਬਲ ਹੈ। ਸੋ ਦੇਰ ਆਰ ਲੋਕਲ ਟੂਰਿਜ਼ਮ ਫੀਚਰਸ। ਅਸੀਂ ਇੱਕ ਇੱਥੇ ਇੱਕ ਚੰਗੀ ਪੋਪੂਲੇਸ਼ਨ ਹੈਗੀ ਐਂਡ ਆਈ ਥਿੰਕ ਸੈਲਫ ਸਸਟੇਨੇਬਲ ਮਾਡਲ ਜਿਹੜਾ ਹੈ ਦੁਬਾਰਾ ਇੱਕ ਸ਼ੁਰੂ ਹੋ ਕੇ ਅਸੀਂ ਕੰਸੋਲੀਡੇਟ ਕਰ ਲਵਾਂਗੇ। ਦੁਬਾਰਾ ਮਿਹਨਤ ਕਰਨੀ ਪਊਗੀ ਬਿਕਾਜ਼ ਬਹੁਤ ਵੱਡਾ ਦੁਨੀਆ 'ਚ ਇੱਕ ਨਾਮ ਬਣਿਆ ਔਰ ਇੱਕ ਬ੍ਰਾਂਡ ਦੇ ਤੌਰ ਤੇ ਦੁਬਈ ਬਿਲਡ ਹੋਇਆ ਸੀਗਾ, ਬਟ ਇੰਨਾ ਸੌਖਾ ਹੋਊਗਾ ਹੁਣ ਦੁਬਾਰਾ ਰੀਬਿਲਡ ਕਰਨਾ? ਮੈਨੂੰ ਇਸੀ ਚੀਜ਼ ਤੋਂ ਦੁਬਾਰਾ ਮੈਂ ਸ਼ਾਇਦ ਫੋਕਸ ਤੁਹਾਨੂੰ ਵਾਪਸ ਲੈ ਕੇ ਜਾਂਦਾ। ਸਾਡੀ ਨੀਂਵ ਬਹੁਤ ਸਟਰੋਂਗ ਹੈ। ਸਾਡਾ ਜਿਹੜਾ ਸਟਰਕਚਰ, ਜਿਹੜਾ ਬੇਸ ਸਟਰਕਚਰ ਹੈ ਬਹੁਤ ਸਟਰੋਂਗ ਹੈ। ਉਹਦੇ ਕਰਕੇ ਅਸੀਂ ਥੱਲੇ ਨਹੀਂ ਜਾ ਰਹੇ। ਅਸੀਂ ਇੱਕ ਪੁਆਇੰਟ ਉੱਤੇ ਆ ਕੇ ਥੋੜ੍ਹਾ ਜਿਹਾ ਸਟੇਬਲ ਜਾਂ ਸਟੈਗਨੇਟ ਹੋ ਸਕਦੇ ਹਾਂ। ਉਹ ਦੈਟ ਇਜ਼ ਗੋਇੰ ਟੂ ਬੀ ਅ ਟਾਈਮ ਬਾਉਂਡ ਥਿੰਗ। ਸਾਨੂੰ ਸ਼ੁਰੂ ਤੋਂ ਗਰਾਊਂਡ ਜ਼ੀਰੋ ਤੋਂ ਸ਼ੁਰੂ ਨਹੀਂ ਕਰਨਾ, ਬਿਕਾਜ਼ ਆਈ ਥਿੰਕ ਵੀ ਹੈਵ ਆਲਰੇਡੀ ਡਨ, ਵੀ ਹੈਵ ਮੇਡ ਸ਼ੋਰ। ਅੱਜ ਕੰਮ ਮੇਰਾ ਸਿਰਫ UAE ਦੇ ਅੰਦਰ ਕੰਮ ਨਹੀਂ ਹੈ। ਆਈ ਐਮ ਇਨ 5 ਕੰਟਰੀਜ਼। ਮੈਨੂੰ ਜ਼ਰੂਰੀ ਨਹੀਂ ਹੈ ਕਿ ਮੈਂ UAE ਦੇ ਅੰਦਰ ਬੈਠ ਕੇ ਕੰਮ ਕਰਾਂ, ਮੈਂ ਬਾਹਰ ਬੈਠ ਕੇ ਵੀ ਕੰਮ ਕਰ ਸਕਦਾ। ਬਟ ਦਿਸ ਇਜ਼ ਸਮਥਿੰਗ ਦੈਟ ਪ੍ਰੋਬਬਲੀ ਵੀ ਆਲ ਫੀਲ ਕਿ ਦਿਸ ਇਜ਼ ਦ ਪਲੇਸ ਦੈਟ ਹੈਜ਼ ਮੇਡ ਅਸ, ਐਂਡ ਅਸੀਂ ਇੱਥੇ ਹੈਗੇ ਹਾਂ। ਅਤੇ ਬਹੁਤ ਸਟਰੋਂਗ ਪੋਜ਼ੀਟਿਵ ਨੋਸ਼ਨ ਹੈ ਫਰੋਮ ਦ ਪੀਪਲ ਓਵਰ ਹੇਅਰ। We are 90% of expats and 10% of ਜਿਹੜੇ citizens ਹੈਗੇ ਨੇ, Emiratis ਨੇ, and the ruler of UAE, he came forward and he said no, we all are Emiratis, and it's an emotional thing as well. ਤੁਹਾਡਾ ਔਰ ਬਹੁਤ ਸਾਰੇ ਹੋਰ ਸਿੱਖਾਂ ਦਾ ਰਾਇਲ ਫੈਮਿਲੀ ਨਾਲ ਔਰ ਗਵਰਨਮੈਂਟ ਆਫ UAE ਦੇ ਨਾਲ ਬਹੁਤ ਚੰਗੇ ਸਬੰਧ ਨੇ। ਤੁਹਾਨੂੰ ਕੰਸੀਡਰੇਸ਼ਨ ਦੇ ਵਿੱਚ ਲਿਆ, ਤੁਹਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਹਾਲਾਤਾਂ ਨੂੰ ਲੈ ਕੇ, ਔਰ ਡਿਡ ਦੇ ਸੀਕ ਐਨੀ ਸਪੋਰਟ ਫਰਮ ਯੂ ਐਂਡ ਦ ਕਮਿਊਨਿਟੀ ਐਜ਼ ਵੈਲ? They were very clear ਕਿ ਹਲੇ ਜੋ ਚੀਜ਼ ਕ੍ਰਾਈਸਿਸ ਕਮੇਟੀ ਬਣੀ ਹੈ, ਦੇ ਵਿਲ ਬੀ ਲਾਈਕ ਵਨ ਫੋਕਲ ਪੁਆਇੰਟ ਜਿਹਦੇ ਕਿ ਇੱਕ ਡਰਾਈਵਿੰਗ ਫੋਰਸ ਹੋਏਗੀ, ਉਹਨਾਂ ਦੇ ਨਾਲ ਹੀ ਫੋਲੋ ਕਰਨਾ। ਮੇਰੀ ਮੁਲਾਕਾਤ ਹੋਈ ਜਦ ਮੈਂ ਵਾਪਸ ਵੀ ਆਇਆ, ਤੇ ਆਈ ਵਾਜ਼ ਮੀਟਿੰਗ ਆਲ ਦ ਗਵਰਨਮੈਂਟ ਜਿਹੜੇ ਹੈਗੇ ਨੇ ਇਸ ਚੀਜ਼ ਉੱਤੇ ਜੋ ਕੰਮ ਕਰ ਰਹੇ ਨੇ। ਗੱਲਬਾਤ ਹੋਈ, ਬਹੁਤ ਪੋਜ਼ੀਟਿਵ ਨੋਸ਼ਨ ਆਇਆ। ਅਸੀਂ ਜੋ ਕਰ ਰਹੇ ਹਾਂ ਉਹਨਾਂ ਨੂੰ ਪਤਾ ਹੈ, ਐਂਡ ਆਈ ਥਿੰਕ ਦੇ ਅਪਰੀਸ਼ੀਏਟ ਦੈਟ। ਅੱਜ ਇੱਕ ਬਹੁਤ ਵੱਡਾ ਇੱਕ ਮੈਸੇਜ ਵੀ ਆਇਆ ਸੀ ਕਿ ਦੇयर ਵਾਜ਼ ਅ ਮੈਸੇਜ ਫਰੋਮ the president of UAE, and he said ਕਿ ਅਸੀਂ ਕਹਿੰਦੇ ਸੀ ਕਿ ਵੀ ਲਾਈਕ ਜਿਹੜੇ ਐਕਸਪੈਟਸ ਨੇ, ਬਟ ਦੇ ਆਰ ਨਾਟ ਐਕਸਪੈਟਸ, ਦੇ ਆਰ ਆਰ ਫੈਮਿਲੀ, ਵੀ ਆਰ ਹੇਅਰ ਐਂਡ ਵੀ ਆਰ ਸਟੈਂਡਿੰਗ ਟਾਲ ਬਿਕੋਜ਼ ਆਫ ਦੈਮ। ਸੋ ਦਿਸ ਇਜ਼ ਇਨਸਟਿਲਡ ਇਨ ਅਸ। ਮੈਨੂੰ ਲੱਗਦਾ ਹੈ ਕਿ ਅਸੀਂ ਬਹੁਤ ਸਾਰੇ ਲੋਕ ਸ਼ਾਇਦ ਇਸ ਚੀਜ਼ ਨੂੰ ਤਦੀ ਫੀਲ ਕਰ ਸਕਦੇ, ਮਹਿਸੂਸ ਕਰ ਸਕਦੇ ਜੋ UAE ਦੇ ਅੰਦਰ ਰਹਿੰਦੇ ਨੇ। ਐਂਡ ਆਈ ਅੰਡਰਸਟੈਂਡ ਕਿ ਕਈ ਲੋਕ ਇਸ ਚੀਜ਼ ਨੂੰ ਨਹੀਂ ਸਮਝ ਸਕਦੇ ਕਿ ਅਸੀਂ ਇਸ ਤਰੀਕੇ ਨਾਲ ਕਿਉਂ ਦੇਖ ਰਹੇ ਕਿ ਅਗਰ ਇੱਕ ਵਾਰ ਸਿਚੁਏਸ਼ਨ ਹੈ ਫਿਰ ਵੀ ਇੱਥੇ ਕਿਉਂ ਬੈਠੇ। ਰਾਈਟ ਨਾਓ ਫਲਾਈਟਸ ਦੇ ਕੀ ਹਾਲਾਤ ਨੇ? ਨਾਰਮਲ ਹੋਈਆਂ ਜਾਂ ਹਾਲੇ ਵੀ ਬੰਦ ਹੈ 에ਅਰਪੋਰਟਸ? ਸਟਾਪ ਗੈਪ ਹੈ। ਕਦੀ ਕੋਈ ਇਨਸੀਡੈਂਟ ਹੋ ਜਾਂਦਾ ਤੇ ਥੋੜ੍ਹੇ ਟਾਈਮ ਵਾਸਤੇ ਫਲਾਈਟਸ ਰੁਕ ਜਾਂਦੀਆਂ, ਬਟ ਆਈ ਥਿੰਕ ਥੋੜ੍ਹਾ ਡਿਲੇ, ਇਹੋ ਜਿਹਾ ਮੇਜਰ ਡਿਲੇ ਨਹੀਂ ਹੈ। ਅਗਰ ਕੋਈ ਫਲਾਈਟ ਰੁਕਦੀ ਹੈ ਜਾਂ ਡਿਲੇ ਹੁੰਦਾ ਹੈ 2-4-6 ਘੰਟੇ ਬਾਅਦ ਚੱਲ ਪੈਂਦੀ ਹੈ, ਤੇ ਐਵਰੀ ਫਲਾਈਟ ਇਜ਼ ਬਿਨ ਗੋਇੰਗ ਥਰੂ।
mostly the flights are going through. ਮੈਨੂੰ ਲੱਗਦਾ ਹੈ ਕਿ ਈਦ ਆ ਰਹੀ ਹੈ this weekend, the Eid is going to be there. ਉਸ ਤੋਂ ਬਾਅਦ I think that normalize ਹੋ ਜਾਣਾ ਚਾਹੀਦਾ. And obviously we are all praying ਡਰੋਨ ਅਟੈਕਸ for the peace to come back. ਡਰੋਨ ਅਟੈਕਸ ਹਾਲੇ ਜਾਰੀ ਨੇ ਜਾਂ ਰੁਕ ਚੁੱਕੇ, ਕੰਪਲੀਟਲੀ ਸਟਾਪਡ ਹੈ, ਹਾਲੇ ਥੋੜੇ ਬਹੁਤ ਹੋ ਰਹੇ ਹੈ? And we get the notifications from the government, and they take care of things that ਤੁਸੀਂ ਹਲੇ ਇੱਕ ਸੇਫ ਸ਼ੈਲਟਰ ਉੱਤੇ ਰਹੋ. ਅਗਰ ਕੋਈ ਚੀਜ਼ ਹੈ, ਕਿਉਂਕਿ ਹੋ ਨਹੀਂ ਕਿ ਇਟ ਇਜ਼ ਗੋਣਾ ਅਫੈਕਟ ਯੂ, ਅਗਰ ਕੋਈ ਇੰਟਰਸੈਪਟ ਵੀ ਕਰਦੇ ਨੇ, ਕੋਈ ਡੈਬਰੀ ਕਿਤੇ ਉੱਤੇ ਨਾ ਡਿੱਗ ਜਾਏ, then I think they have been very particular, 100% track record on that. ਪਹਿਲੇ 2-4 ਦਿਨ ਖਬਰਾਂ ਆਈਆਂ ਸੀ, ਚਾਹੇ ਉਹ ਬੁਰਜ ਖਲੀਫਾ ਦੀ ਸੀ, ਚਾਹੇ ਪਾਮ ਜੁਮੈਰਾ ਬਾਰੇ ਖਬਰ ਆਈ ਆ, ਹੋਰ ਸੀਗੀਆਂ. ਪਿਛਲੇ 2-4-5 ਦਿਨਾਂ ਤੋਂ ਰੀਸੈਂਟਲੀ ਕੋਈ ਸਿਵਿਲੀਅਨ ਏਰੀਆ ਦੇ ਵਿੱਚ ਕੋਈ ਘਟਨਾ ਵਾਪਰੀ ਹੈ ਜਾਂ ਕੋਈ ਕੈਜੁਅਲਿਟੀ ਹੋਈ? ਸਿਵਿਲੀਅਨ ਏਰੀਆ ਦੇ ਅੰਦਰ ਕੋਈ ਕੈਜੁਅਲਿਟੀ ਇਸ ਤਰੀਕੇ ਨਾਲ ਕੱਲ ਅੱਜ ਇੱਕ ਯਾਸ ਆਈਲੈਂਡ ਉੱਤੇ ਇੱਕ ਡੈਬਰੀ ਗਿਰੀ ਹੈ ਤੇ ਇੱਕ one person actually just succumbed to the injuries. This is after a long time, ਕਿਉਂਕਿ ਉਹ ਵੀ ਇੰਟਰਸੈਪਟ ਕੀਤਾ ਗਿਆ ਆਬੂ ਧਾਬੀ ਦੇ ਅੰਦਰ, ਤੇ ਉਹ ਜੋ ਇੱਕ ਮਲਬਾ ਹੁੰਦਾ ਉਹ ਥੱਲੇ ਡਿੱਗਿਆ ਤੇ ਇੱਕ ਬੰਦੇ ਦੀ ਉਹਦੇ ਅੰਦਰ ਹਤਾਹਤ ਹੋ ਗਿਆ. But these are very like single digits that probably, again, these are accidents जो कि civilian areas ਦੇ ਅੰਦਰ ਨਹੀਂ ਹੋ ਰਹੇ. civilian ਦੇ ਉੱਪਰ ਅਗਰ ਕੋਈ ਡਿੱਗਿਆ ਤੇ that is because they've been intercepted. ਤੁਸੀਂ since you are very much connected with the government, ਦੁਬਈ ਜਾਂ UAE ਗਵਰਨਮੈਂਟ ਔਰ ਇੰਡੀਆ ਦੇ ਨਾਲ ਡਿਪਲੋਮੈਟਿਕਲੀ ਇਸ ਹਾਲਾਤਾਂ ਦੇ ਵਿੱਚ ਕੀ ਗੱਲਬਾਤ ਹੋ ਰਹੀ ਹੈ ਜਾਂ ਇੱਕ ਦੂਜੇ ਨੂੰ ਕੋਈ ਅਸ਼ੋਰੈਂਸ ਹੈ? I think jad Indian diplomacy is on the high. President of UAE was just in India. एक महीना पहले मेरे ख्याल से he came for a 4-hour trip to meet Prime Minister Modi. And साਡੀ diplomacy, India and UAE is very close allies. ਅੱਜ ਜਦੋਂ ਫਲਾਈਟਸ ਓਪਨ ਵੀ ਹੋਈ, ਤੁਸੀਂ ਇਹ ਦੇਖਿਆ ਹੋਏਗਾ, ਰਿਪੈਟਰੀਏਸ਼ਨ ਜਿਹੜਾ ਹੈ, ਸਭ ਤੋਂ ਪਹਿਲੇ ਇੰਡੀਅਨ ਫਲਾਈਟਸ ਬਹੁਤ ਜ਼ਿਆਦਾ ਚੱਲੀਆਂ ਨੇ, ਐਂਡ ਦੇਰ ਵਾਜ਼ ਅ ਲੋਟ ਆਫ ਇੰਡੀਅਨ ਫਲਾਈਟਸ ਦੈਟ ਵਰ ਗੋਇੰਗ ਆਊਟ, ਮੁੰਬਈ, ਦਿੱਲੀ, ਐਵਰੀਵੇਅਰ. ਐਂਡ ਇੱਥੇ ਦੇ ਇੰਡੀਅਨ ਐਮਬੈਸੀ ਜਿਹੜੀ ਹੈ ਉਹ ਵੀ ਕਾਫੀ ਇੱਕ ਡਾਇਰੈਕਟਿਵ ਨਾਲ ਹੈਂਡ ਟੂ ਹੈਂਡ ਚੱਲ ਰਹੀ ਹੈ ਗਵਰਨਮੈਂਟ ਨਾਲ. I think India is a very strategic and a very key ally to UAE, and they all value that. ਹਰਮੀਤ ਜੀ, ਆਖਰੀ ਸਵਾਲ ਹੈ ਮੇਰਾ, ਰੀਅਲ ਏਸਟੇਟ ਮਾਰਕੀਟ ਹੁਣ ਰਾਈਟ ਨਾਓ ਕਿਵੇਂ ਬਿਹੇਵ ਕਰ ਰਹੀ ਹੈ ਉੱਥੇ? ਕਿ ਆਲਰੇਡੀ ਪ੍ਰਾਈਸਿਸ ਬਹੁਤ ਥੱਲੇ ਆਏ ਹੈ, ਡਿਕਲਾਈਨ ਹੈ ਉਹਦੇ ਵਿੱਚ? ਬਹੁਤ ਇੱਕ ਕਨਫਿਊਜ਼ਿੰਗ ਕੁਐਸਚਨ ਹੈ. ਦੂਜੀ ਗੱਲ ਮੈਂ ਇਹਦੇ 'ਤੇ ਇਹ ਵੀ ਕਹਿਣਾ ਚਾਹੁੰਦਾ ਕਿ ਦੁਬਈ ਇਜ਼ ਨਾਟ ਅਬਾਊਟ ਰੀਅਲ ਏਸਟੇਟ. ਅਸੀਂ ਦੇਖਦੇ ਹਾਂ ਰੀਅਲ ਏਸਟੇਟ ਜਿਹੜੇ ਅੱਜ ਕੱਲ੍ਹ, ਮੈਂ ਤਾਂ ਖਿਆਲ ਰੀਅਲ ਏਸਟੇਟ ਵਾਲਾ, ਮੇਰੀ ਖੁਦ ਦੀ ਇੱਕ ਰੀਅਲ ਏਸਟੇਟ ਕੰਪਨੀ ਹੈ, ਅਸੀਂ ਵੀ ਕੰਮ ਕਰਦੇ ਹਾਂ, ਬਟ ਅਸੀਂ ਇਨਫਲੂਐਂਸਰਸ ਨਹੀਂ ਹਾਂ ਤੇ ਅਸੀਂ ਕੰਟੈਂਟ ਕ੍ਰੀਏਟਰ ਨਹੀਂ ਹੈ ਕਿ ਅਸੀਂ ਹਰ ਸਮੇਂ 2-4-5 ਰੀਲਾਂ ਪੈਂਦੀ ਰਹਿਣ ਤੇ ਅਸੀਂ ਇਹ ਕਰਦੇ ਰਹੀਏ ਕਿ ਸਭ ਠੀਕ ਹੈ. ਇਸ ਤਰੀਕੇ ਨਾਲ ਦੇ ਪ੍ਰਾਈਸਿਸ ਉੱਪਰ ਜਾ ਰਹੇ ਨੇ. ਦੇਰ ਇਜ਼ ਅ ਵੈਰੀ ਸਟ੍ਰੈਟੇਜਿਕ ਅਪਰੋਚ. ਅੱਜ ਜੋ ਡੀਲਸ ਹੋ ਰਹੀਆਂ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਦੁਬਈ ਜਿਹੜਾ ਲੈਂਡ ਡਿਪਾਰਟਮੈਂਟ ਦੇ ਉੱਤੇ ਆਫੀਸ਼ੀਅਲ ਜਿਹੜਾ ਸਟੇਟਸ ਹੈਗਾ, the deals have happened. These are deals that were already done before these incidents. Now ਹੁਣ ਜਿਹੜਾ ਹੈਗਾ ਮਾਰਕੀਟ ਦੇ ਅੰਦਰ, ਕੋਈ ਅਗਰ ਤੁਸੀਂ ਕਹੋ ਕਿ ਕੋਈ ਡਿਸਟ੍ਰੈਸ ਸੇਲ, ਉਹ ਕੋਈ ਵੀ ਬਿਕਵਾਲ ਨਹੀਂ ਹੈਗਾ. ਕਾਫੀ ਲੋਕ ਪੁੱਛਦੇ ਨੇ, ਕਾਫੀ ਲੋਕ ਵੇਟ ਐਂਡ ਵਾਚ ਕਰ ਰਹੇ ਨੇ, ਲੇਕਿਨ ਮਾਰਕੀਟ ਦੇ ਅੰਦਰ ਉਹ ਕੋਈ ਇਹੋ ਜਿਹਾ ਪ੍ਰੋਡਕਟ ਨਹੀਂ ਹੈ ਕਿ ਅੱਜ ਜਾ ਕੇ ਕੋਈ ਕਹਿ ਸਕੇ. MR ਜੋ ਇੱਥੇ ਸਭ ਤੋਂ ਵੱਡਾ ਇੱਕ ਰੀਅਲ ਏਸਟੇਟ ਡਿਵੈਲਪਰ ਹੈਗਾ, they have launched just 2 days ago, day before yesterday, and again all these things, they are not giving any discounts. They are very quick to know about this ਕਿ ਇਹ ਇੱਕ ਪਾਸਿੰਗ ਫੇਜ਼ ਹੈ. ਇੰਡੀਅਨ ਮੀਡੀਆ ਤੋਂ ਡਿਸਅਪੁਆਇੰਟਡ ਹੋ, ਜਿਵੇਂ ਸ਼ੁਰੂ ਦੇ ਵਿੱਚ ਜਿਸ ਤਰੀਕੇ ਨਾਲ ਚੀਜ਼ਾਂ ਦਿਖਾਈਆਂ ਗਈਆਂ ਔਰ ਜਿੰਨਾ ਫਲੇਅਰ ਅਪ ਕਰਕੇ ਦਿਖਾਇਆ ਗਿਆ ਸਭ ਕੁਝ? ਆਈ ਥਿੰਕ ਇੰਡੀਅਨ ਮੀਡੀਆ ਇੱਕ, ਮੇਰੇ ਹਿਸਾਬ ਨਾਲ, ਮੈਂ ਤੁਹਾਡੀ ਬਹੁਤ ਰਿਸਪੈਕਟ ਵੀ ਕਰਦਾ, ਮੀਡੀਆ ਸ਼ੁੱਡ ਬੀ ਰਿਸਪੌਂਸਿਬਲ. ਅਗਰ ਤੁਸੀਂ ਇੱਕ ਚੌਥਾ ਸਤੰਭ ਕਹਿੰਦੇ ਹੋ ਇਹਨੂੰ ਇੱਕ ਡੈਮੋਕ੍ਰੇਸੀ ਦਾ, ਇਫ ਯੂ ਆਰ ਨਾਟ ਏਬਲ ਟੂ ਐਕਚੁਅਲੀ ਜਸਟੀਫਾਈ, ਜਸਟ ਟੂ ਸੈਂਸੇਸ਼ਨਲਾਈਜ਼ ਐਵਰੀਥਿੰਗ. ਮੈਨੂੰ ਇਹ ਵੀ ਪੜ੍ਹਨ ਵਿੱਚ ਆਇਆ ਸੀ ਕਿ ਤੁਹਾਡਾ ਮੀਡੀਆ ਦੇ ਅੰਦਰ ਕਰਵ ਕਰ ਦਿੱਤਾ ਗਿਆ ਸੀ ਕਿ TRPs ਕਰਕੇ ਉਹਨਾਂ ਦਾ ਦੇ ਫॉर 2 weeks ਇਟ ਵਾਸ ਸਸਪੈਂਡਡ, ਵਾਟ ਐਵਰ ਦੈਟ ਵਾਸ. ਬਟ ਦੈਨ ਅਗੇਨ ਆਈ ਐਮ ਰੀਅਲੀ ਡਿਸਅਪੁਆਇੰਟਡ ਫॉर ਦ ਫੈਕਟ ਕਿ ਤੁਸੀਂ ਕੋਈ ਵੀ ਚੀਜ਼ ਨੂੰ ਇੱਕ ਇਹ ਦਿਖਾਉਣ ਵਾਸਤੇ ਕਿ ਸਭ ਤੋਂ ਪਹਿਲੇ ਮੈਂ ਰਿਪੋਰਟ ਕਰਾਂ ਜਾਂ ਉਹਨੂੰ ਸੈਂਸੇਸ਼ਨਲਾਈਜ਼ ਕਿਸ ਤਰੀਕੇ ਨਾਲ ਕਰੀਏ. ਯੂ ਨੋ ਹਾਊ ਦਿਸ ਕੈਨ ਇਫੈਕਟ ਟੂ ਅ ਲੋਟ ਆਫ ਪੀਪਲ. ਅੱਜ ਅਸੀਂ ਇੱਥੇ ਬੈਠੇ ਹਾਂ, ਲੇਕਿਨ ਸਾਡੇ ਘਰ ਵਾਲੇ ਪਿੱਛੇ ਬੈਠੇ ਨੇ. ਚਲੋ ਮੇਰੇ ਪੇਰੈਂਟਸ ਅਗਰ ਮੇਰੇ ਨਾਲ ਗੱਲ ਕਰ ਸਕਦੇ, ਕਈ ਲੋਕ ਸ਼ਾਇਦ ਨਹੀਂ ਕਰ ਪਾਉਂਦੇ. ਇਟ ਕੈਨ ਇਫੈਕਟ ਦੇਅਰ ਮੈਂਟਲ ਹੈਲਥ, ਇਟ ਕੈਨ ਐਕਚੁਅਲੀ ਗੈਟ ਦੈਮ ਇਨਟੂ ਡਿਪਰੈਸ਼ਨ ਕਿ ਕੀ ਹੋ ਰਿਹਾ, ਪਤਾ ਨਹੀਂ, ਨੌਲੇਜ ਨਹੀਂ ਹੈ. ਅਗਰ ਇੰਡੀਆ ਮੀਡੀਆ ਇਸ ਚੀਜ਼ ਨੂੰ ਹਲੇ ਵੀ ਰਿਅਲਾਈਜ਼ ਨਹੀਂ ਕਰਦਾ, ਦੇ ਸ਼ੁੱਡ ਬੀ ਰਿਸਪੌਂਸਿਬਲ, ਐਂਡ ਆਈ ਐਮ ਰੀਅਲੀ ਡਿਸਅਪੁਆਇੰਟਡ. ਇੱਕ ਵੀਡੀਓ ਸੀ ਜਿਹਦੇ 'ਚ ਇੱਕ ਲੇਡੀ ਬੈਠ ਕੇ ਆਨਲਾਈਨ ਗੱਲ ਕਰ ਰਹੀ ਹੈ ਔਰ ਪਿੱਛੇ ਇੱਕ ਬਲਾਸਟ ਹੁੰਦਾ ਹੈ. ਉਹ ਬਾਅਦ ਦੇ ਵਿੱਚ ਪਤਾ ਲੱਗਿਆ ਕਿ 2 ਸਾਲ ਪੁਰਾਣਾ ਬਹਿਰੀਨ ਦਾ ਵੀਡੀਓ ਹੈ ਔਰ ਜਿਹਨੂੰ ਦੁਬਈ ਦੇ ਨਾਲ ਜੋੜ ਕੇ ਦਿਖਾਇਆ ਗਿਆ ਔਰ ਆਲਮੋਸਟ ਸਾਰੇ ਰਿਸਪੈਕਟਡ ਚੈਨਲਸ ਨੇ ਉਹ ਰਨ ਕੀਤਾ. ਤਾਂ ਇਸ ਤਰ੍ਹਾਂ ਦਾ ਇੱਕ ਮਾਹੌਲ ਪੈਨਿਕ ਦਾ ਜ਼ਰੂਰ ਕ੍ਰੀਏਟ ਹੋਇਆ ਸ਼ੁਰੂ 'ਚ. ਇੱਕ ਮੈਨੂੰ ਲੱਗਦਾ ਜਰਨਲਿਜ਼ਮ ਸ਼ਾਇਦ ਤੁਹਾਡੇ ਤੋਂ ਵੀ ਥੋੜ੍ਹਾ ਬਹੁਤ ਉਹਨਾਂ ਕੋਲ ਸਿੱਖਣਾ ਚਾਹੀਦਾ ਹੈ. ਆਈ ਥਿੰਕ ਇੰਡੀਅਨ ਮੀਡੀਆ ਸ਼ੁੱਡ ਫੋਲੋ ਯੂ. ਇੱਕ ਫੈਕਟ ਚੈੱਕ ਨਾਮ ਦੀ ਚੀਜ਼ ਹੁੰਦੀ ਹੈ.
I'm sure that probably everybody ਜੀ। knows about that. Fact check ਕਰਨ ਤੋਂ ਪਹਿਲੇ ਤੁਸੀਂ ਇੱਕ ਜਿਵੇਂ ਤੁਸੀਂ ਕਹਿੰਦੇ ਹੋ ਕਿ ਪੂਰੀ ਸਮਾਜ ਦਾ ਤੁਸੀਂ ਇੱਕ ਚੈਨਲ ਹੋ, ਅਗਰ ਤੁਸੀਂ ਉੱਥੇ ਜਾ ਕੇ ਕੋਈ ਚੀਜ਼ ਅਗਰ ਅਪਲੋਡ ਕਰਦੇ ਹੋ, ਯੂ ਆਰ ਮੇਕਿੰਗ ਸਮਥਿੰਗ ਦੈਟ ਇਜ਼ ਨਾਟ ਈਵਨ ਚੈੱਕਡ ਬਾਈ ਯੂ, ਤੁਸੀਂ ਉਹਨੂੰ ਕਿੱਦਾਂ ਫਲੋਟ ਕਰ ਸਕਦੇ ਹੋ? ਐਂਡ ਇਟ ਇਜ਼ ਸੋ ਰੋਂਗ, ਇਟ ਇਜ਼ ਸੋ ਰੋਂਗ ਕਿ 2 ਸਾਲ ਪੁਰਾਣਾ ਵੀਡੀਓ, ਮੈਂ ਤਾਂ ਇੱਥੇ ਕਾਫੀ ਚੀਜ਼ਾਂ ਦੇਖ ਰਿਹਾ, ਮੈਂ ਵੀਡੀਓਜ਼ ਦੇਖਦਾ ਨਾ ਕਿ ਜਿਵੇਂ ਰੋਡਸ ਉਖੜੀਆਂ ਹੋਈਆਂ, ਤੇ ਮੈਂ ਉਸੇ ਰੋਡ ਉੱਤੇ ਜਦ ਮੇਰੀ ਗੱਡੀ ਚੱਲ ਰਹੀ ਹੁੰਦੀ, ਮੈਂ ਕਹਿੰਦਾ ਯਾਰ ਹਾਊ ਕੈਨ ਪੀਪਲ ਐਕਚੁਅਲੀ ਗੋ ਦਿਸ ਕਾਈਂਡ ਆਫ ਅ ਵਰਜ਼ਨ ਕਿ ਮੈਂ ਕਿਸੇ ਤਰੀਕੇ ਨਾਲ ਮੇਰੀ TRP ਆ ਜਾਏ ਜਾਂ ਮੇਰੇ ਲਾਈਕਸ ਵੱਧ ਜਾਣ ਜਾਂ ਮੈਂ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਸੈਂਸੇਸ਼ਨਲਾਈਜ਼ ਕਰ ਲਾਂ। ਇਟਸ ਸੋ ਰੋਂਗ, ਇਟਸ ਵੈਰੀ ਰੋਂਗ। ਬਹੁਤ ਧੰਨਵਾਦ ਹਰਮੀਤ ਜੀ, ਤੁਸੀਂ ਬਹੁਤ ਸਮਾਂ ਦਿੱਤਾ ਔਰ ਖੁੱਲ੍ਹ ਕੇ ਦੁਬਈ ਬਾਰੇ ਗੱਲਬਾਤ ਕੀਤੀ। ਐਟ ਲਾਸਟ ਤੁਸੀਂ ਆਪਣੇ ਵੱਲੋਂ ਬਹੁਤ ਸਾਰੇ ਲੋਕ, ਜੋ ਲੱਖਾਂ ਲੋਕ ਸਾਨੂੰ ਸੁਣ ਰਹੇ ਹੈ, ਉੱਥੋਂ ਦੀ ਗਰਾਊਂਡ ਰਿਐਲਿਟੀ ਦਾ ਤੁਸੀਂ ਜ਼ਿਕਰ ਕੀਤਾ, ਗਵਰਨਮੈਂਟ ਸਪੋਰਟ ਦਾ ਜ਼ਿਕਰ ਕੀਤਾ ਔਰ ਸਟੇਬਿਲਿਟੀ, ਔਰ ਤੁਸੀਂ ਸ਼ੋਰ ਹੋ ਕਿ ਥੋੜ੍ਹਾ ਟਾਈਮ ਜ਼ਰੂਰ ਹੈ ਲੇਕਿਨ ਫਿਰ ਚੀਜ਼ਾਂ ਬੈਕ ਟੂ ਬੇਸਿਕਸ ਜਿਵੇਂ ਪਹਿਲਾਂ ਸੀ ਆ ਜਾਣਗੀਆਂ। ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਆਖਰ ਦੇ ਵਿੱਚ। ਮੈਂ ਜ਼ਰੂਰ ਇਹ ਕਹਿਣਾ ਚਾਹੁੰਦਾ ਕਿ ਦੇਖੋ ਹਾਦਸੇ ਹੁੰਦੇ ਨੇ, ਬਟ ਉਸ ਕਰਕੇ ਇਹ ਚੀਜ਼ ਆਪਣੇ ਜੋ ਸਾਡੇ ਐਕਸਪੀਰੀਐਂਸਿਸ ਨੇ, ਜਿੱਥੋਂ ਅਸੀਂ ਬੈਠੇ ਹਾਂ, ਅਸੀਂ ਇੱਥੇ ਵੀ ਸ਼ੁੱਡ ਬੀ ਲੋਇਲ ਟੂ ਦ ਕੰਟਰੀ ਦੈਟ ਵੀ ਆਰ ਗੈਟਿੰਗ। ਸਾਡਾ ਰਿਸਕ ਇੱਥੋਂ ਮਿਲਦਾ ਹੈ, ਸਾਨੂੰ ਲੋਇਲ ਰਹਿਣਾ ਚਾਹੀਦਾ। ਦੂਜੀ ਗੱਲ, ਹੱਥ ਬੰਨ ਕੇ ਸਿਰਫ ਇਹੀ ਹੈ ਕਿ ਅਗਰ ਕੋਈ ਪ੍ਰੋਬਲਮ ਕਿਸੇ ਤਰੀਕੇ ਦੀ, ਅਗਰ ਕਿਸੇ ਨੂੰ ਕੋਈ ਚੀਜ਼ ਅਗਰ ਸਮਝ ਨਹੀਂ ਆਉਂਦੀ, ਲੀਗਲ ਐਨੀ ਸਪੋਰਟ ਫਰੋਮ ਆਰ ਪਰਸਪੈਕਟਿਵ ਫਰੋਮ ਗਲੋਬਲ ਸਿਕਸ, ਅਸੀਂ ਇੱਥੇ ਅਵੇਲੇਬਲ ਹੈਗੇ, ਸਾਡੇ ਵੋਲੰਟੀਅਰਸ ਅਵੇਲੇਬਲ ਨੇ। ਆਈ ਐਮ ਪਾਸਿੰਗ ਦ ਨੰਬਰ ਐਂਡ ਦ ਈਮੇਲ ਟੂ ਸਿਮਰਨ ਭਾਜੀ, ਐਂਡ ਆਈ ਥਿੰਕ ਐਨੀਬਡੀ ਕੈਨ ਰੀਚ ਆਊਟ। ਤੁਸੀਂ ਰੀਚ ਆਊਟ ਕਰੋ UAE ਦੇ ਅੰਦਰ ਜਾਂ ਕਤਰ ਦੇ ਅੰਦਰ, ਐਂਡ ਬਹੁਤ ਜਲਦੀ ਅਗਰ ਕੋਈ ਹੋਰ ਚੀਜ਼ਾਂ ਅਗਰ ਅੱਗੇ ਜਾਣਗੇ GCC ਦੇ ਅੰਦਰ ਸਾਡੀ ਟੀਮਸ ਹੋਣਗੀਆਂ। ਥੈਂਕ ਯੂ ਸੋ ਮਚ ਜੀ, ਬਹੁਤ ਧੰਨਵਾਦ। ਔਰ ਅਸੀਂ ਇਹ ਨੰਬਰਸ ਫਲੈਸ਼ ਕਰਾਂਗੇ ਗਲੋਬਲ 6 ਦੇ ਜ਼ਰੀਏ। ਹਰਮੀਤ ਸਿੰਘ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਦੁਬਈ ਦੇ ਵਿੱਚੋਂ, ਕਤਰ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਆ ਰਹੀ ਹੈ, ਜੇ ਤੁਸੀਂ ਵਾਰ ਸਿਚੁਏਸ਼ਨ ਦੇ ਵਿੱਚ ਕਿਤੇ ਫਸ ਗਏ ਹੋ, ਤੁਹਾਡੇ ਪਰਿਵਾਰਾਂ ਨੂੰ ਜਾਂ ਕਿਸੇ ਨੂੰ ਕੋਈ ਚਿੰਤਾ ਹੈ, ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਕੇ ਆਪਣੀ ਜੋ ਵੀ ਤਕਲੀਫ ਹੈ ਇਹਨਾਂ ਨਾਲ ਸਾਂਝੀ ਕਰ ਸਕਦੇ ਹੋ। ਔਰ ਆਈ ਐਮ ਸ਼ੋਰ ਕਿ ਜਿਵੇਂ ਇੰਨੇ ਸਾਲਾਂ ਤੋਂ ਇਹ ਉੱਥੇ ਬੈਠ ਕੇ ਲੋਕਾਂ ਨੂੰ ਸਪੋਰਟ ਕਰ ਰਹੇ ਹੈ, ਉਵੇਂ ਕਰਦੇ ਰਹਿਣਗੇ। ਥੈਂਕ ਯੂ ਸੋ ਮਚ ਹਰਮੀਤ ਜੀ, ਗੱਲਬਾਤ ਕਰਨ ਲਈ, ਸਮਾਂ ਦੇਣ ਦੇ ਲਈ। ਥੈਂਕ ਯੂ ਸਿਮਰਨ ਜੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ।